ਤੇ ਮੈਂ ਆਪਣੇ ਵੱਡਿਆਂ ਨੂੰ ਹੀ ਦੇਖਿਆ, ਇਹਨਾਂ ਨੂੰ ਇੱਥੇ ਚਰਚ ਦੇ ਵਿੱਚ ਮੈਂ ਇਹ ਕਹਿੰਦੀ ਹੁੰਦੀ ਸੀ, ਪ੍ਰਭੂ ਨੇ ਸਾਰੀ ਉਮਰ ਆਪਾਂ ਲੱਭਦੇ ਰਹੇ ਪਿਆਰ ਪਿਆਰ, ਪਿਤਾ ਦਾ ਪਿਆਰ, ਪਿਤਾ ਦਾ ਪਿਆਰ, ਹੈ ਨਾ। ਪਰ ਚਰਚ 'ਚ ਆ ਕੇ ਲੱਗਦਾ ਸੀ ਕਿ ਕੋਈ ਅਸਲੀ ਪਿਆਰ ਹੈਗਾ, ਸੱਚਾ ਪਿਆਰ ਹੈਗਾ। ਜਦੋਂ ਉਹ ਦੇਖਦੇ ਹੁੰਦੇ ਸੀ ਤਾਂ ਬੜੇ ਖੁਸ਼ ਹੁੰਦੇ ਸੀ, ਹੱਥ ਚੁੰਮਣੇ, ਹੈ ਨਾ, ਇੱਕਦਮ ਇੱਦਾਂ ਖੁਸ਼ ਹੋ ਜਾਣਾ, ਐਕਸਾਈਟਡ ਹੋ ਜਾਣਾ। ਪਰਮੇਸ਼ਰ ਦਾ ਧੰਨਵਾਦ ਕਰਦੇ, ਸ਼ੁਕਰ ਕਰਦੇ। ਮੈਂ ਬੜਾ ਰੋਂਦੀ ਹੁੰਦੀ ਸੀ, ਬਹੁਤ ਰੋਂਦੀ ਹੁੰਦੀ ਸੀ, ਬੜੀਆਂ ਦੁਆਵਾਂ ਕਰਨੀਆਂ ਕਿ ਮੇਰੇ ਕੋਲ ਡੈਡੀ ਨਹੀਂ, ਮੈਨੂੰ ਪਿਆਰ ਮਿਲੇ, ਮੈਨੂੰ ਇੱਦਾਂ ਹੋਵੇ। ਪਰ ਜਿਸ ਦਿਨ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ ਤਾਂ ਤੁਸੀਂ ਕਹਿਣਾ ਕਿ ਮੇਰਾ ਰੋਣਾ ਹੀ ਬੰਦ ਹੋ ਗਿਆ। ਅੱਜ ਮੈਂ ਰੋਈ ਹਾਂ, ਹਾਲੇਲੂਇਆ, ਕਿਉਂਕਿ ਉਹ ਤੋਂ ਵੱਧ ਕੇ ਸੱਚਾ ਪਿਤਾ ਕੋਈ ਨਹੀਂ ਹੋ ਸਕਦਾ, ਉਹ ਤੋਂ ਵੱਧ ਕੇ ਸੱਚਾ ਪਿਆਰ ਕਿਸੇ ਦਾ ਨਹੀਂਗਾ। ਬਹੁਤ ਆਏ, ਬਹੁਤ ਗਏ, ਪਰ ਯਿਸੂ ਮਸੀਹ ਵਰਗਾ ਕੋਈ ਨਹੀਂ ਜਿਹੜਾ ਆਪਣੇ ਬੱਚਿਆਂ ਲਈ, ਆਪਣੇ ਚਰਚ ਲਈ ਆਪਣੀ ਜਾਨ ਦਿੰਦਾ ਆ। ਹਾਲੇਲੂਇਆ, 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 ਹਾਲੇਲੂਇਆ। ਓ ਰਬਾ ਸ਼ੇਖਰਾ ਸਾਖਲਾ ਹੰਦਰਾ ਬਾਬਾ ਬਾਰਾ ਸੰਦੇ ਖੇਰੇ ਹਾਲੀਆ ਹਾਰਾ। ਕੱਲੀ ਜਾਨ ਨਹੀਂ ਦਿੰਦਾ, ਆਪਣਾ ਰੂਹ ਵੀ ਦਿੰਦਾ ਆ। ਹਾਲੇਲੂਇਆ, ਆਪਣਾ ਤੁਪਕਾ ਲਹੂ ਦਾ ਬਹਾ ਦਿੰਦਾ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ ਉਸ ਪਰਮੇਸ਼ਰ ਦਾ ਜੋ ਜਿੰਦਾ ਆ। ਬਾਪ ਆਏ ਮਰ ਗਏ, ਗੁਰੂ ਪੀਰ ਪੈਗੰਬਰ ਆਏ ਮਰ ਗਏ, ਪਰ ਇੱਕੋ ਹੀ ਇੱਕ ਜਿੰਦਾ ਖੁਦਾ, ਉਹਦਾ ਨਾਂ ਕੀ ਆ? ਯਿਸੂ ਮਸੀਹ, ਜਿਹੜਾ ਕਹਿੰਦਾ ਮੈਂ ਹਰ ਵੇਲੇ ਤੇਰੇ ਨਾਲ ਆ, ਜਿਹੜਾ ਕਹਿੰਦਾ ਨਾ ਡਰ ਨਾ ਘਾਬਰ, ਮੈਂ ਤੇਰਾ ਪਿਤਾ ਪਰਮੇਸ਼ਰ ਆ। ਤੇਰੀ ਮਾਂ ਚਾਹੇ ਤੈਨੂੰ ਛੱਡ ਦੇਵੇ ਪਰ ਮੈਂ ਤੈਨੂੰ ਕਦੀ ਨਹੀਂ ਤਿਆਗਾਂਗਾ। ਹਾਲੇਲੂਇਆ, ਉਹ ਮੇਰੇ ਨਾਲ ਆ। 10-12 ਸਾਲ ਤੋਂ ਜਦੋਂ ਦੀ ਮੈਂ ਪ੍ਰਭੂ ਚ ਆਈ ਆ, ਮੈਂ ਕਦੀ ਇਕੱਲੀ ਮਹਿਸੂਸ ਨਹੀਂ ਕੀਤਾ ਭੈਣੋ ਤੇ ਭਰਾਵੋ। ਜੇ ਅੱਜ ਕੋਈ ਇਕੱਲਾ ਮਹਿਸੂਸ ਕਰਦਾ ਆ ਤਾਂ ਉਸ ਪਿਤਾ ਨੂੰ ਪੁਕਾਰ ਕੇ ਦੇਖੋ, ਉਹ ਹਰ ਵੇਲੇ ਨਾਲ ਰਹਿੰਦਾ ਆ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ, ਉਹਨੇ ਸਾਨੂੰ ਆਸ ਵੀ ਦਿੱਤੀ ਆ ਕਿ ਜਦੋਂ ਤੁਸੀਂ ਇਸ ਧਰਤੀ ਤੋਂ ਜਾਵੋਗੇ, ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਅਸੀਂ ਸਾਰੇ ਇਕੱਠੇ ਹੋਵਾਂਗੇ। ਅਸੀਂ ਆਪਣੇ ਅੰਕਲ ਜੀ ਨੂੰ, ਹੋਰ ਵੀ ਜਿੰਨੇ ਸਾਡੇ ਵਿਸ਼ਵਾਸੀ ਭੈਣ ਭਰਾ ਇਸ ਧਰਤੀ ਤੋਂ ਗਏ ਆ, ਉਹਨਾਂ ਨੂੰ ਆਪਾਂ ਸਵਰਗ ਦੇ ਵਿੱਚ ਮਿਲਾਂਗੇ। ਆਮੇਨ। ਐਦਾਂ ਦਾ ਹੋਪ ਕਦੀ ਦਿੱਤਾ ਕਿਸੇ ਨੇ? ਕਦੀ ਨਹੀਂ ਦਿੱਤਾ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ। ਇਹ ਪਰਮੇਸ਼ਰ ਐਦਾਂ ਦਾ ਪਰਮੇਸ਼ਰ ਆ। ਮੇਰੇ ਬਚਨ 'ਚ ਇਹ ਕੁਛ ਨਹੀਂ ਸੀ, ਪਰ ਇੱਕ ਸੌਂਗ ਨੇ ਮੇਰੇ ਅੰਦਰ ਹਲਚਲ ਕਰ ਦਿੱਤੀ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਹਾਲੇਲੂਇਆ। ਜਿੱਦਾਂ ਆਪਾਂ ਸਾਰੇ ਜਾਣੇ ਆਪਾਂ ਹੁਣ ਵਚਨ 'ਚ ਜਾਂਦੇ ਹਾਂ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ ਪਰਮੇਸ਼ਰ, ਸਾਡੀ ਮਦਦ ਕਰੋ ਕਿ ਬੋਲਣ ਵਾਲੀ ਮੈਂ ਨਾ ਹੋਵਾਂ, ਬਲਕਿ ਤੁਹਾਡਾ ਪਾਕ ਰੂਹ ਹੋਵੇ। ਪਿਤਾ ਪਰਮੇਸ਼ਰ, ਅੱਜ ਅਸੀਂ ਪ੍ਰਭੂ ਜੀ ਤੇਰੀ ਆਵਾਜ਼ ਨੂੰ ਸੁਣ ਸਕੀਏ, ਜੋ ਤੁਸੀਂ ਸਾਨੂੰ ਕਹਿਣਾ ਚਾਹੁੰਦੇ ਆ। ਪ੍ਰਭੂ ਜੀ ਧੰਨਵਾਦ ਕਰਦੇ ਤੁਹਾਡੀ ਦਇਆ ਤੇ ਕਿਰਪਾ ਦੇ ਲਈ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ। ਤੁਸੀਂ ਆਪਣਾ ਲਹੂ ਬਹਾ ਕੇ ਪ੍ਰਭੂ ਜੀ, ਅਸੀਂ ਪਵਿੱਤਰ ਲਹੂ 'ਚ ਭੈਣ ਭਰਾ ਹੋ ਗਏ ਸਾਰੇ ਪਿਤਾ ਪਰਮੇਸ਼ਰ, ਤੇ ਤੁਸੀਂ ਸਾਡੇ ਪਿਤਾ ਪਰਮੇਸ਼ਰ ਹੋ ਗਏ। ਪ੍ਰਭੂ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਹਾਲੇਲੂਇਆ, ਧੰਨਵਾਦ ਕਰਦੇ। ਹਾਂਜੀ, ਅੱਜ ਭੈਣੋ ਤੇ ਭਰਾਵੋ, ਜਿੱਦਾਂ ਸੰਡੇ ਨੂੰ ਆਪਣੇ ਹੈਪੀ ਫਾਦਰਸ ਡੇ ਆ ਰਿਹਾ ਹੈ, ਪਰਮੇਸ਼ਰ ਦਾ ਧੰਨਵਾਦ ਕਰਦੇ ਸਾਰੇ ਭਰਾਵਾਂ ਲਈ, ਸਾਰੇ ਪਿਤਾਵਾਂ ਦੇ ਲਈ। ਧੰਨਵਾਦ ਕਰਦੇ ਆਪਣੇ ਪਾਸਟਰ ਜੀ ਦੀ ਜ਼ਿੰਦਗੀ ਦੇ ਵਾਸਤੇ, ਜਿਹੜੇ ਸਾਡੇ ਆਤਮਿਕ ਫਾਦਰ ਆ। ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ। ਪਿਤਾ ਪਰਮੇਸ਼ਰ ਨੇ ਸਾਡੇ ਲਈ ਇੱਕ ਵਫਾਦਾਰ ਅਨੋਇੰਟਡ ਮੈਨ ਆਫ ਗॉड ਸਾਡੀ ਚਰਚ ਦੇ ਵਿੱਚ ਸਾਨੂੰ ਦਿੱਤਾ। ਉਹ ਏਦਾਂ ਦੇ ਆ ਜਿਹੜੇ ਸਾਨੂੰ ਉਸ ਤਰ੍ਹਾਂ ਹੀ ਪਿਆਰ ਦਿੰਦੇ ਜਿੱਦਾਂ ਪਰਮੇਸ਼ਰ ਪਿਤਾ ਕਹਿੰਦਾ ਆ ਪਿਆਰ ਕਰੋ। ਜਦੋਂ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਸੀ, ਮਿਲੀ ਸੀ, ਤਾਂ ਮੈਂ ਸੋਚਦੀ ਸੀ ਕਿ ਇਹਨਾਂ ਕੋਲ ਇੰਨਾ ਪਿਆਰ ਕਿੱਦਾਂ ਆ। ਅੱਜ ਤੱਕ ਕਦੀ ਨਹੀਂ ਉਹਨਾਂ ਨੂੰ ਦੇਖਿਆ ਕਿਸੇ ਨੂੰ ਝਿੜਕਦੇ ਜਾਂ ਉੱਚੀ ਆਵਾਜ਼ 'ਚ, ਜਾਂ ਅਸੀਂ ਗਲਤੀ 'ਚ ਵੀ ਕੁਝ ਕਰ ਜਾਂਦੇ ਆ ਤਾਂ ਉਹਨਾਂ ਦਾ ਪਿਆਰ ਹੀ ਹੁੰਦਾ ਜਿਹੜਾ ਸਾਨੂੰ ਜਵਾਬ ਹੁੰਦਾ ਆ। ਏਦਾਂ ਦਾ ਪਿਆਰ। ਤੇ ਉਹ ਪਰਮੇਸ਼ਰ ਦਾ ਪਿਆਰ ਕਿੱਦਾਂ ਦਾ ਹੋਊਗਾ ਜਿਹਨਾਂ ਤੋਂ ਉਹਨਾਂ ਨੇ ਸਿੱਖਿਆ ਇਹ ਪਿਆਰ। ਹੋ ਹਾਲੇਲੂਇਆ, ਹਾਲੇਲੂਇਆ। ਬਹੁਤ ਪਿਆਰਾ ਪਰਮੇਸ਼ਰ ਆ। ਆਪਾਂ ਤਾਂ ਹੀ ਸਾਰੇ ਪਾਸਟਰ ਜੀ ਨੂੰ ਮਿਸ ਕਰਦੇ ਆ, ਕਿਉਂਕਿ ਉਹ ਸਾਨੂੰ ਪਿਆਰ ਕਰਦੇ ਆ। ਉਹਨਾਂ ਨੇ ਸਾਨੂੰ ਉਹ ਸਭ ਕੁਝ ਸਿਖਾਇਆ ਜੋ ਸਾਨੂੰ ਪਰਮੇਸ਼ਰ ਚਾਹੁੰਦਾ ਸੀ ਅਸੀਂ ਸਿੱਖੀਏ। ਉਹਨਾਂ ਦੇ ਸਿੱਖਣ ਕਰਕੇ, ਉਹਨਾਂ ਦੀ ਆਗਿਆਕਾਰੀ 'ਚ ਰਹਿ ਕੇ ਅੱਜ ਮੈਂ ਇੱਕ ਜਿਹੜੀ ਬਹੁਤ ਡਰਦੀ ਸੀ ਲੋਕਾਂ ਤੋਂ, ਰਿਸ਼ਤੇਦਾਰਾਂ ਤੋਂ,
ਦੁਰਕਾਰੀ ਹੋਈ ਸੀ। ਤੁਹਾਨੂੰ ਸਭ ਨੂੰ, ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ। ਜਿਸ ਦਿਨ ਮੈਂ ਚਰਚ 'ਚ ਆਈ ਸੀ ਮੇਰੀ ਹਾਲਤ ਇੰਨੀ ਮਾੜੀ ਸੀ। ਅੱਜ ਪਰਮੇਸ਼ਰ ਨੇ ਇਸ ਯੁੱਗ ਬਣਾਈ ਉਹਨਾਂ ਤੋਂ ਸਿੱਖਿਆਵਾਂ ਲੈ ਕੇ, ਪਰ ਸਿੱਖਿਆਵਾਂ ਉਸ ਪਿਤਾ ਦੀਆਂ ਹੀ ਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਆਪਣੇ ਪਾਸਟਰ ਜੀ ਦੀ ਜ਼ਿੰਦਗੀ ਦੇ ਵਾਸਤੇ। ਆਪਾਂ ਸਾਰੇ ਜਾਣੇ ਪਰਮੇਸ਼ਰ ਦਾ ਧੰਨਵਾਦ ਕਰਦੇ ਉਹਨਾਂ ਦੀ ਜ਼ਿੰਦਗੀ ਦੇ ਵਾਸਤੇ। ਆਮੇਨ। ਪਰਮੇਸ਼ਰ ਦੇ ਵਚਨ 'ਚ ਕਿਹਾ ਆ ਕਿ ਜੇ ਤੁਸੀਂ ਇੱਥੇ ਆਪਣੇ ਜਿਹੜੇ ਸਾਹਮਣੇ ਆ ਉਹਨਾਂ ਦੀ ਨਹੀਂ ਇੱਜ਼ਤ ਕਰ ਸਕਦੇ, ਆਗਿਆਕਾਰੀ ਨਹੀਂ ਕਰ ਸਕਦੇ, ਤਾਂ ਮੈਨੂੰ ਤਾਂ ਤੁਸੀਂ ਦੇਖਿਆ ਹੀ ਨਹੀਂ, ਮੇਰੀ ਕਿੱਦਾਂ ਕਰੋਗੇ? ਇਸ ਕਰਕੇ ਸਾਨੂੰ ਆਗਿਆਕਾਰੀ 'ਚ ਆ ਕੇ ਬਰਕਤਾਂ ਮਿਲਦੀਆਂ ਹੈ। ਆਮੇਨ। ਹੁਣ ਜਿੱਦਾਂ ਆਪਾਂ ਸਾਰੇ ਜਾਣਦੇ ਕਿ ਯਿਸੂ ਮਸੀਹ ਜਿਹੜਾ ਪਰਮੇਸ਼ਰ ਦਾ ਪੁੱਤਰ ਹੈ, ਉਹ ਕਦੋਂ ਪਤਾ ਲੱਗਾ ਆਪਾਂ ਨੂੰ? ਜਦੋਂ ਅਸੀਂ ਉਹਦੇ ਤੇ ਵਿਸ਼ਵਾਸ ਕੀਤਾ, ਜਦੋਂ ਅਸੀਂ ਆਪਣਾ ਦਿਲ ਖੋਲ੍ਹਿਆ। ਸਾਨੂੰ ਕੁਝ ਨਹੀਂ ਸੀ ਪਤਾ, ਅਸੀਂ ਮਜਬੂਰ ਸੀਗੇ, ਅਸੀਂ ਦੁਖੀ ਸੀਗੇ। ਜਦੋਂ ਪਰਮੇਸ਼ਰ ਦੇ ਕੋਲ ਆਏ, ਅਸੀਂ ਦੁੱਖਾਂ ਦੇ ਵਿੱਚ ਹੀ ਅਸੀਂ ਉਹਨੂੰ ਆਪਣੇ ਅੰਦਰ ਸੱਦਿਆ, ਆਪਣੀ ਜ਼ਰੂਰਤ ਕਰਕੇ ਆਏ ਸੀ ਅਸੀਂ। ਪਰ ਪਰਮੇਸ਼ਰ ਜਿਹੜਾ ਆ ਉਹ ਪਿਆਰ ਆ, ਉਹ ਸਾਨੂੰ ਇੰਨਾ ਪਿਆਰ ਕਰਦਾ ਆ, ਇੰਨਾ ਪਿਆਰ ਕਰਦਾ ਆ ਕਿ ਉਹਨਾਂ ਦੁੱਖਾਂ 'ਚੋਂ ਵੀ ਉਹਨੇ ਸਾਨੂੰ ਕੱਢ ਕੇ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲਿਆ। ਜਦੋਂ ਆਪਾਂ ਆਏ, ਆਪਾਂ ਪ੍ਰਭੂ ਯਿਸੂ ਮਸੀਹ ਨੂੰ ਐਕਸੈਪਟ ਕੀਤਾ, ਆਪਣਾ ਮੁਕਤੀਦਾਤਾ ਮੰਨਿਆ, ਤੇ ਸਾਡੇ ਜਿਹੜੇ ਪਾਪ ਸੀ, ਉਹ ਪੀੜ੍ਹੀਆਂ ਤੋਂ ਜਿਹੜੇ ਪਾਪ ਸ਼ਰਾਫ ਸੀ, ਉਹ ਸਾਰੇ ਉਹਨਾਂ ਦੀ ਉਸ ਕੁਰਬਾਨੀ ਤੇ ਵਿਸ਼ਵਾਸ ਕਰਕੇ ਮਾਫ ਹੋ ਜਾਂਦੇ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਆ। ਮਾਫ ਹੋਣ ਤੋਂ ਬਾਅਦ ਸਾਨੂੰ ਪਵਿੱਤਰ ਆਤਮਾ ਤੋਹਫੇ ਦੇ ਤੌਰ ਤੇ ਦਿੱਤਾ ਜਾਂਦਾ ਆ। ਹਾਲੇਲੂਇਆ, ਹਾਲੇਲੂਇਆ। ਫਿਰ ਆਪਾਂ ਜਦੋਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਆ, ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ, ਤਾਂ ਪਰਮੇਸ਼ਰ ਪਿਤਾ ਨੇ ਕਿਹਾ ਆ, ਵਚਨ ਦੇ ਵਿੱਚ ਦੱਸਿਆ ਕਿ ਅਸੀਂ ਫਿਰ ਪਿਤਾ ਪਰਮੇਸ਼ਰ ਦੇ ਬੱਚੇ ਬਣ ਜਾਂਦੇ ਆ। ਵਚਨ 'ਚ ਲਿਖਿਆ ਜੋ ਉਹਦੇ ਉੱਤੇ ਵਿਸ਼ਵਾਸ ਕਰਦਾ ਆ ਉਹਦੇ ਧੀਆਂ ਤੇ ਪੁੱਤਰ ਹੋ ਜਾਂਦੇ ਆ। ਆਪਾਂ ਜਿੰਨੇ ਅੱਜ ਬੈਠੇ ਆ ਸਾਰੇ ਉਹਦੇ ਧੀਆਂ ਤੇ ਪੁੱਤਰ ਆ। ਆਮੇਨ। ਅੱਜ ਕੋਈ ਲਵਾਰਸ ਨਹੀਂਗਾ। ਜਨਮ ਦੇਣ ਵਾਲੇ ਮਾਂ-ਬਾਪ ਆਏ ਤੇ ਚਲੇ ਗਏ। ਆਪਾਂ ਲੋਕਾਂ ਵਾਂਗੂ ਨਹੀਂ ਰੋਂਦੇ, ਕਿਉਂਕਿ ਸਾਨੂੰ ਪਤਾ ਇੱਕ ਦਿਨ ਜਾ ਕੇ ਅਸੀਂ ਉਹਨਾਂ ਨੂੰ ਸਵਰਗ 'ਚ ਮਿਲਾਂਗੇ, ਕਿਉਂਕਿ ਪਰਮੇਸ਼ਰ ਦਾ ਵਾਅਦਾ ਆ। ਹਾਲੇਲੂਇਆ। ਉਹ ਕੁਝ ਸਮੇਂ ਲਈ ਸਾਡੇ ਤੋਂ ਦੂਰ ਆ, ਪਰ ਜਦੋਂ ਆਪਾਂ ਇਸ ਧਰਤੀ ਤੋਂ ਜਾਣਾ ਤਾਂ ਆਪਾਂ ਉੱਥੇ ਜਾ ਕੇ ਉਸ ਪਿਤਾ ਨੂੰ ਵੀ ਮਿਲਣਾ ਤੇ ਆਪਣੇ ਸਵਰਗੀ ਪਿਤਾ ਨੂੰ ਵੀ ਮਿਲਣਾ ਆ। ਹਾਲੇਲੂਇਆ, ਹਾਲੇਲੂਇਆ। ਆਪਾਂ ਪੜ੍ਹਦੇ ਹਾਂ ਮੱਤੀ ਦਾ 6ਵੇਂ ਚੈਪਟਰ ਦਾ 9 ਤੇ 13 ਵਰਸ ਪੜ੍ਹਦੇ ਹਾਂ, 9 ਤੋਂ 13। ਸਾਰੇ ਜਾਣੇ ਆਪਣੀਆਂ ਬਾਈਬਲਸ ਖੋਲੋ ਤੇ ਆਪਾਂ ਵਚਨ ਪੜ੍ਹਦੇ ਹਾਂ। हे ਪਿਤਾ, ਲਾਰਡਸ ਪ੍ਰੇਅਰ ਹੈ ਇਹ, ਤੂੰ ਜੋ ਸਵਰਗ ਦੇ ਵਿੱਚ ਹੈ। ਆਪਾਂ ਇਦਾਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਨੂੰ ਵਿਸ਼ਵਾਸ ਕਰਨ ਤੋਂ ਬਾਅਦ। हे ਪਿਤਾ, ਤੂੰ ਜੋ ਸਵਰਗ ਵਿੱਚ ਹੈ। ਹੁਣ ਸਾਡਾ ਪਿਤਾ ਕਿੱਥੇ ਆ? ਸਵਰਗ ਦੇ ਵਿੱਚ। ਹਾਲੇਲੂਇਆ। ਤੇਰਾ ਨਾਮ ਪਵਿੱਤਰ ਮੰਨਿਆ ਜਾਏ, ਤੇਰਾ ਰਾਜ ਆਏ, ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਪੂਰੀ ਹੋਵੇ। ਮਤਲਬ ਸਾਡੀਆਂ ਜ਼ਿੰਦਗੀਆਂ 'ਚ ਵੀ ਪੂਰੀ ਹੋਵੇ। ਹੁਣ ਆਪਾਂ ਧਰਤੀ ਦੇ ਪਿਤਾ ਤੋਂ ਤਾਂ ਦੁਨਿਆਵੀ ਚੀਜ਼ਾਂ ਲੈ ਸਕਦੇ ਹਾਂ, ਪਰ ਸਵਰਗ ਤੋਂ ਸਵਰਗੀ ਚੀਜ਼ਾਂ ਲੈ ਸਕਦੇ ਜਿਹੜੀਆਂ ਉਹ ਬਣਾਉਣ ਵਾਲਾ ਆ, ਉਹ ਰਚਨਹਾਰਾ ਆ। ਉਹਨੇ ਸਾਰੀ ਦੁਨੀਆ ਨੂੰ ਰਚਿਆ, ਉਹਨੇ ਸਾਨੂੰ ਬਣਾਇਆ। ਉਹ ਸਭ ਕੁਝ ਸਾਡੇ ਲਈ ਕਰ ਸਕਦਾ ਆ। ਦੁਨਿਆਵੀ ਪਿਤਾ ਤਾਂ ਲਿਮਿਟਡ ਕੁਝ ਕਰ ਸਕਦੇ ਆ, ਪਰ ਉਹ ਕਰਦੇ ਕਈ ਵਾਰ ਉਹ ਕਰਦੇ ਆ ਸਾਡੇ ਲਈ ਗੁੱਡ, ਪਰ ਉਹਨਾਂ ਨੂੰ ਫਿਰ ਵੀ ਨਹੀਂ ਪਤਾ ਹੁੰਦਾ ਕਿ ਇਹਦਾ ਰਿਜ਼ਲਟ ਅੱਗੇ ਜਾ ਕੇ ਕੀ ਹੋਣਾ ਹੈ। ਪਰ ਉਸ ਪਿਤਾ ਨੂੰ ਪਤਾ ਆ ਕਿ ਅੱਗੇ ਜਾ ਕੇ ਇਹਦਾ ਰਿਜ਼ਲਟ ਕੀ ਹੋਣਾ ਹੈ। ਕਈ ਵਾਰ ਸਾਨੂੰ ਉਹ ਦਿੰਦਾ ਨਹੀਂ, ਸਾਨੂੰ ਬੁਰਾ ਲੱਗਦਾ ਆ, ਪਰ ਭੈਣੋ ਤੇ ਭਰਾਵੋ ਯਾਦ ਰੱਖੀਏ, ਜੋ ਕਰਦਾ ਆ ਉਹ ਚੰਗਾ ਹੀ ਕਰਦਾ ਆ। ਕਈ ਵਾਰ ਸਾਨੂੰ ਦੁੱਖਾਂ ਦੇ ਵਿੱਚ ਦੀ ਵਿਚਰਨਾ ਪੈਂਦਾ ਆ, ਪਰ ਜੋ ਕਰਦਾ ਪਿਤਾ ਚੰਗਾ ਹੀ ਕਰਦਾ ਹੈ, ਕਿਉਂਕਿ ਉਹਨੂੰ ਅੱਗੇ ਦਾ ਵੀ ਪਤਾ, ਉਹਨੂੰ ਹੁਣ ਦਾ ਵੀ ਪਤਾ, ਤੇ ਉਹਨੂੰ ਪਿਛਲਾ ਵੀ ਪਤਾ ਸੀ। ਹਾਲੇਲੂਇਆ। ਕਹਿੰਦਾ ਸਾਡੀ ਅੱਜ ਦੀ ਰੋਟੀ ਸਾਨੂੰ ਦੇ, ਸਾਡੀਆਂ ਗਲਤੀਆਂ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਮਾਫ ਕਰਦੇ ਹਾਂ। ਪਹਿਲਾਂ ਆਪਾਂ ਕਦੀ ਕੀਤਾ ਸੀ ਗਲਤੀਆਂ ਕਰਨ ਵਾਲਿਆਂ ਨੂੰ ਮਾਫ? ਕਦੀ ਨਹੀਂ ਸੀ ਕੀਤਾ। ਇਹ ਇੱਕੋ ਇੱਕ ਹੀ ਪਰਮੇਸ਼ਰ ਆ ਜਿਹੜਾ ਸਾਨੂੰ ਸਿਖਾਉਂਦਾ ਕਿ ਸਿਖਾਉਣ ਵਾਲਿਆਂ ਨੂੰ ਮਾਫ ਕਰੋ। ਇਦਾਂ ਦਾ ਜਦੋਂ ਪ੍ਰਭੂ ਚਾਹੇ ਅਸੀਂ ਸੋਚਿਆ ਕਿ ਇਦਾਂ ਦਾ ਤਾਂ ਪਰਮੇਸ਼ਰ ਦੇਖਿਆ ਨਹੀਂ। ਸਾਨੂੰ ਤਾਂ ਦੱਸਿਆ ਗਿਆ ਧਰਮਾਂ ਦੇ ਵਿੱਚ ਕਿ ਬਦਲਾ ਲੈ ਲਓ। ਆਪਾਂ ਅੱਜ ਕੱਲ੍ਹ ਵੀ ਦੇਖਦੇ, ਜਿਹੜਾ ਕਹਿੰਦਾ ਕਿ ਮੈਂ ਬਦਲਾ ਲੈਣਾ, ਉਹਨੂੰ ਬੜਾ ਅਣਖੀ ਸਮਝਿਆ ਜਾਂਦਾ ਆ, ਉਹਦੀ ਬੜੀ ਵਾਹ ਹੁੰਦੀ ਆ, ਕਿਉਂਕਿ ਇਹ ਦੁਨੀਆ ਦਾ ਦਸਤੂਰ ਆ। ਪਰ ਪਰਮੇਸ਼ਰ ਜਿਹੜਾ ਆ ਉਹ ਸਭਨਾਂ ਨੂੰ ਪਿਆਰ ਕਰਦਾ ਆ, ਤੇ ਉਹ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਇਦਾਂ ਦੇ ਕੰਮ ਕਰਨ, ਪਾਪ 'ਚ ਪੈਣ ਤੇ ਕੋਈ ਇਹਨਾਂ ਦਾ ਨੁਕਸਾਨ ਹੋਵੇ। ਸ਼ਾਇਦ ਸਾਡੇ ਦੁਨਿਆਵੀ ਪਿਤਾ ਵੀ ਕਹਿੰਦੇ ਹੋਗੇ, ਜੇ ਤੇਰੇ ਨਾਲ ਕਿਸੇ ਨੇ ਕੀਤਾ ਤਾਂ ਤੂੰ ਵੀ ਇਦਾਂ ਕਰ। ਅਸੀਂ ਵੀ ਇਦਾਂ ਹੀ ਕਰਦੇ ਹੁੰਦੇ ਸੀ, ਮੈਂ ਵੀ ਇਦਾਂ ਹੀ ਸੋਚਦੀ ਹੁੰਦੀ ਸੀ ਕਿ ਕਿੱਦਾਂ ਅਸੀਂ ਕਰੀਏ।
पर परमेश्वर का रूह जिहड़ा आ वचन आ ये सानू सिखाउंदा आ। हालेलूया। सानू परतावे विच ना पैण दे, सगों बुरे तो बचा, क्योंकि राज महिमा ते शक्ति सब कुछ तेरे आ। राज भी ओहदा आ साडीआं जिंदगियां च, महिमा भी ओहदी आ ते शक्ति भी ओहदी आ। वचन च लिखा जदों पवित्र आत्मा तुहाडे उत्ते उतरेगा तां तुसीं शक्ति प्राप्त करोगे। हुण अपने कोल शक्ति आ, आपां कमजोर नहीं गे। हुण दुखां दे विच भी साडे अंदर एक ऐसा जॉय, जिद्दां सिस्टर जी ने, सिस्टर सुमन ने कहा सी कि काम ते लोग कहंदे सी, आपां वखरे लोग हो गए हैं। दुनिया च रहिंदियां होइआं प्रभु यीशु मसीह ने सानू अलग कर लिया है। हालेलुया। चाहे जिद्दां दे मर्जी हालात होण, पर साडे अंदर एक होप आ, एक आस आ, क्योंकि साडा पिता साडे नाल आ, वो कदी नहीं छड्डदा। आमीन। एक बार जोरदार ताड़ियां स्वागत करो। इस करके असीं उसनूं पिता कहने आ। हालेलुया। हुण आपां देखने आ कि आपां नूं पिता दा मतलब की आ, राइट। आपां पढ़दे आ जॉन दे पहले चैप्टर का 12वां वर्स कि पिता किद्दां साडे बनदे आ परमेश्वर। पर जिन्नियां ने उसनूं स्वीकार किया उन्हां नूं उसने परमेश्वर की संतान होने का अधिकार दिता। किन्नियां जाणियां ने स्वीकार किया प्रभु यीशु मसीह नूं? बस आपां सारे उहदी संतान है, आपां सारे परिवार आ एक। हालेलुया। हालेलुया। परमेश्वर का धन्नवाद करते हैं इस बरकत के वास्ते। कित्थों कित्थों आए आपां सारे जाने, कित्थों कित्थों आके कित्थे इकट्ठे होए हैं, यीशु मसीह के नाम दे विच एक हो गए। हालेलुया। ते प्यार पता किन्ना आउंदा एक दूजे दे नाल। अपने जिहड़े असली भैन भरा उन्हां नाल भी नहीं उन्ना प्यार आउंदा जिन्ना अपने मसीही भैन भरावां नाल आउंदा। इन्हां नाल असीं आपस विच दिल दी गल करदे आ, क्योंकि सानू पता है सानू मेहना नहीं देणगे, क्योंकि परमेश्वर दे धीआं दा पुत्तर आ। ये इन्हां दा खून पवित्र हो गया, इन्हां दे पाप माफ हो गए आ। इन्हां विच वो चीज़ नहीं कि जिहड़ी पहला साडे विच सी। हालेलुया। तां ही आपां इत्थे देखदे आ चर्च दे विच आके कि चेहरिਆਂ ते रौनक आ, खुशी आ। बाकी दुनिया दे विच दुख तकलीफां तो तां आपां सारे गुजरदे आ। ਜਦੋਂ मैं पहली बार आई सी, कईयां नूं पता कईयां नूं नहीं पता, मेरी बड़ी बुरी हालत सी, रो रो के मेरियां अखां कालियां सी, मेरा बुरा हाल सी। ਜਦੋਂ मैं पहली बार आई आंटी जी दी एक हग कीती ते मैनूं इदां लगा कि किहड़ी चीज़ है जिहने मैनूं छू लिया, आराम मिलिया सी बहुत ज़्यादा। ते उस रात मैं बहुत ही गूढ़ी नींद सुती सी। शायद तुहाडे चों भी कोई जाना पहली रात बहुत गूढ़ी नींद सुता होगा, मैं विश्वास करती हां। हालेलुया। क्योंकि परमेश्वर का प्यार है, ये आराम दिंदा है, ये कंफर्ट दिंदा है अपने बंदियां दे विच दी। आमीन। परमेश्वर एक आ पर त्रिएक आ। त्रिएक कितना आपां पढ़दे आ पहला कुरिन्थियां 8:6 वर्स। पर फिर भी साडा एक ही परमेश्वर है, जो साडा पिता है, जो सब वस्तां दा सोमा है अते जिस दे लई असीं जी रहे हां। सब वस्तां दा सोमा ਉਹੀ ਆ ਜਿਹਨੇ ਸਾਰੀ ਦੁਨੀਆ ਰਚੀ ਆ, ਰਚਨਹਾਰਾ। ਇਸੇ ਤਰ੍ਹਾਂ ਇੱਕ ਹੀ ਪ੍ਰਭੂ ਹੈ ਅਰਥਾਤ ਯਿਸੂ ਮਸੀਹ, ਜਿਸ ਦੇ ਨਾਂ ਦੇ ਦੁਆਰਾ ਅਸੀਂ ਸਭ ਜਿਉਂਦੇ ਹਾਂ। ਹੁਣ ਆਪਾਂ ਕਈ ਵਾਰੀ ਕਹੀਦਾ ਆ ਜੇ ਪ੍ਰਭੂ ਨਾ ਹੁੰਦਾ ਮੈਂ ਤਾਂ ਹੋਣਾ ਹੀ ਨਹੀਂ ਸੀ। ਇਹ ਸਾਡਾ ਤਾਂ ਸਾਰੀਆਂ ਭੈਣਾਂ ਦਾ ਡਾਇਲੌਗ ਕਹਿ ਲਓ ਪੱਕਾ ਆ, ਹੋਣਾ ਹੀ ਨਹੀਂ ਸੀ। ਬਹੁਤਿਆਂ ਨੇ ਨਹੀਂ ਸੀ ਹੋਣਾ ਜਿੱਦਾਂ ਦੇ ਹਾਲਾਤ ਸੀ। ਚਰਚ ਇੱਕ ਪਾਸਟਰ ਜੀ ਦੱਸਦੇ ਹੁੰਦੇ ਕਿ ਹਸਪੀਟਲ ਆ, ਇੱਥੇ ਬਿਮਾਰ ਆਉਂਦੇ ਆ ਜਿਨ੍ਹਾਂ ਦਾ ਬਾਹਰੋਂ ਇਲਾਜ ਕੋਈ ਨਹੀਂ ਮਿਲਦਾ, ਕੋਈ ਉਹਨਾਂ ਨੂੰ ਆਸ ਨਹੀਂ ਹੁੰਦੀ, ਸਾਰੇ ਜਵਾਬ ਦੇ ਜਾਂਦੇ ਆ, ਕੱਲਾ ਬੰਦਾ ਰਹਿ ਜਾਂਦਾ। ਉਦੋਂ ਆ ਕੇ ਕਿੱਥੇ ਡਿੱਗਦਾ? ਚਰਚ 'ਚ। ਗੀਤ ਗਾਉਂਦੇ ਹੁੰਦੇ ਆਂਟੀ ਜੀ, ਜਬ ਸਾਰੇ ਦਰਵਾਜ਼ੇ ਤੁਝੇ ਬੰਦ ਦਿਖੇ ਸਮਝੋ ਨया द्वार ਖੋਲ੍ਹਣਾ ਹੈ ਪ੍ਰਭੂ ਨੇ। ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਇੱਕੋ ਹੀ ਦੁਆਰ ਖੁੱਲ੍ਹਾ ਹੁੰਦਾ ਆ, ਉਹ ਕਹਿੰਦਾ ਆ ਯਿਸੂ ਮਸੀਹ ਦਾ। ਹਾਲੇਲੂਇਆ। हालेलुया। हालेलुया। हुण आपां देखदे आ पिता परमेश्वर आ ते पुत्र आ ते पवित्र आत्मा आ। ये तीन आ पर ये है इक्को ही आ। पिता ने पुत्र भेजिया, पुत्र ने पवित्र आत्मा भेजिया पिता तो लैके। कई लोग कहंदे कि ये मेरे ना किसी ने
ਪਿੱਛੇ ਜੇ ਗੱਲ ਕੀਤੀ, ਆਪਾਂ ਬਹਿਸ ਨਹੀਂ ਕਰਦੇ ਕਿਉਂਕਿ ਆਪਾਂ ਜੋ ਵਚਨ 'ਚ ਪੜ੍ਹਦੇ ਹਾਂ ਸੱਚਾਈ ਨੂੰ ਆਪਾਂ ਜਾਣਦੇ, ਆਪਾਂ ਬਾਈਬਲ ਤੋਂ ਬਾਹਰ ਨਹੀਂ ਜਾਂਦੇ ਕਿ ਤਿੰਨ ਹੀ ਆ, ਇੱਕ ਨਹੀਂ ਹੋ ਸਕਦੇ। ਪਿਤਾ ਨੇ ਆਪਣਾ ਪੁੱਤਰ ਭੇਜਿਆ ਕੁਆਰੀ ਦੀ ਕੁੱਖ ਦੇ ਵਿੱਚ ਪਵਿੱਤਰ ਆਤਮਾ ਦੇ ਰਾਹੀਂ, ਤੇ ਪੁੱਤਰ ਨੇ ਜੋ ਇੱਥੇ ਕੰਮ ਕੀਤੇ ਆਪਾਂ ਬਾਈਬਲ 'ਚ ਪੜ੍ਹਦੇ ਹਾਂ, ਉਹ ਮਾਰੇ ਗਏ, ਉਹ ਧਰਤੀ 'ਚ ਦੱਬੇ ਗਏ, ਤੀਜੇ ਦਿਨ ਮੁਰਦਿਆਂ 'ਚੋਂ ਜੀ ਉੱਠੇ, ਤੇ 40 ਦਿਨ ਬਾਅਦ ਸਵਰਗ 'ਚ ਉਠਾਏ ਗਏ। ਤੇ ਉਹਨਾਂ ਨੇ ਵਾਅਦਾ ਕੀਤਾ ਆਪਣੇ ਚੇਲਿਆਂ ਨੂੰ, ਮੈਂ ਜਾ ਕੇ ਸਵਰਗ ਦੇ ਵਿੱਚ ਤੁਹਾਨੂੰ ਪਵਿੱਤਰ ਆਤਮਾ ਭੇਜਾਂਗਾ। ਸਭ ਇੱਕੋ ਹੀ ਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਉਸ ਇੱਕ ਪਰਮੇਸ਼ਰ ਦਾ ਜਿਹੜਾ 3 ਰੂਪਾਂ 'ਚ ਸਾਡੇ ਨਾਲ ਕੀ ਕੁਛ ਕੀਤਾ ਪਰਮੇਸ਼ਰ ਨੇ। ਹਾਲੇਲੂਇਆ। ਪਰਮੇਸ਼ਰ ਨੇ ਸਾਨੂੰ ਰਚਿਆ ਯਿਸੂ ਮਸੀਹ ਦੇ ਰਾਹੀਂ, ਸਾਰੀ ਧਰਤੀ ਦੀ ਰਚਨਾ ਕੀਤੀ ਸ਼ਬਦ ਦੇ ਰਾਹੀਂ। ਹਾਲੇਲੂਇਆ। ਸਾਡਾ ਵਿਸ਼ਵਾਸ ਹੈ ਰੱਬ ਪਿਤਾ ਤੇ ਵੀ, ਪੁੱਤਰ ਤੇ ਵੀ, ਪਵਿੱਤਰ ਆਤਮਾ ਤੇ, ਤਿੰਨਾਂ ਤੇ ਆ। ਹਾਲੇਲੂਇਆ। ਇਹ ਇੱਥੇ ਆਪਾਂ ਦੇਖਦੇ ਕਿ ਪਰਮੇਸ਼ਰ ਜਿਹੜਾ ਪਿਤਾ ਆ, ਗੋਡ ਆ, ਉਹ ਫਾਦਰ ਹੈ, ਉਹ ਸਾਡਾ ਰਚਨਹਾਰਾ, ਉਹ ਸਾਰੀ ਧਰਤੀ ਦਾ, ਜ਼ਮੀਨ ਅਸਮਾਨ ਦਾ, ਹਰ ਇੱਕ ਚੀਜ਼ ਦਾ ਰਚਨਹਾਰਾ ਆ। ਹਰ ਇੱਕ ਵਸਤੂ ਉਸ ਦੇ ਰਾਹੀਂ ਰਚੀ ਗਈ। ਸ਼ਬਦ ਪਰਮੇਸ਼ਰ, ਪ੍ਰਭੂ ਯਿਸੂ ਨੂੰ ਸ਼ਬਦ ਕਿਹਾ, ਸ਼ਬਦ ਦੇਹਧਾਰੀ ਹੋਇਆ। ਹਾਲੇਲੂਇਆ। ਆਪਾਂ ਸ਼ਬਦ ਆ, ਇਹ ਵਚਨ ਆ, ਇਹ ਵਚਨ ਕੋਈ ਐਵੇਂ ਨਹੀਂ ਕਿ ਬਾਈਬਲ ਦੇ ਵਿੱਚ ਲਿਖਿਓ, ਇਹ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਲਿਖੇ ਗਏ ਆ। ਇਹੀ ਪਰਮੇਸ਼ਰ ਆ। ਹਾਲੇਲੂਇਆ। ਇਹ ਆਪਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਫਾਦਰਸ, ਕਿ ਪਿਤਾ ਪਰਮੇਸ਼ਰ ਆ, ਉਹ ਤਿੰਨ ਆ ਪਰ ਇੱਕੋ ਹੀ ਆ। ਹਾਲੇਲੂਇਆ। ਹਾਲੇਲੂਇਆ। ਇੱਥੇ ਆਪਾਂ 4 ਪੁਆਇੰਟ ਅੱਜ ਦੇਖਾਂਗੇ। ਇੱਕ ਤਾਂ ਪਿਤਾ ਜਿਹੜਾ ਆ ਸੋਰਸ ਆ, ਜਿਹੜਾ ਦਿੰਦਾ ਆ, ਸਭ ਕੁਝ ਦਿੰਦਾ, ਸਭ ਕੁਝ ਉੱਥੋਂ ਆਉਂਦਾ ਆ, ਪਿਤਾ ਤੋਂ। ਦੂਸਰੇ ਨੰਬਰ ਤੇ ਆਪਾਂ ਦੇਖਾਂਗੇ ਫਾਦਰ ਜਿਹੜਾ ਆ ਪ੍ਰੋਵੀਜ਼ਨ ਆ, ਜ਼ਰੂਰਤਾਂ ਨੂੰ ਪੂਰੀਆਂ ਕਰਦਾ ਸਾਡੀਆਂ। ਹਾਲੇਲੂਇਆ। ਤੀਸਰੇ ਨੰਬਰ ਤੇ ਦੇਖਾਂਗੇ ਕਿ ਫਾਦਰ ਜਿਹੜਾ ਕਰੈਕਸ਼ਨ ਕਰਦਾ ਆ, ਡਿਸਪਲਿਨ ਕਰਦਾ ਆਪਣੇ ਬੱਚਿਆਂ ਨੂੰ, ਜਿਸ ਤਰ੍ਹਾਂ ਦੁਨਿਆਵੀ ਪਿਤਾ ਕਰਦੇ। ਚੌਥੇ ਨੰਬਰ ਤੇ ਆਪਾਂ ਦੇਖਾਂਗੇ ਕਿ ਪਿਤਾ ਪਿਆਰ ਆ। ਹਾਲੇਲੂਇਆ। ਹਾਲੇਲੂਇਆ। ਧੰਨਵਾਦ ਕਰਦੇ ਹਾਂ। ਫਾਦਰ ਸੋਰਸ 'ਚ ਆਪਾਂ ਦੇਖਦੇ ਹਾਂ ਜਿਹੜੇ ਧਰਤੀ ਦੇ ਮਾਪੇ ਆ, ਆਪਾਂ ਪਿਤਾ ਕਹਿ ਲਓ, ਮਾਤਾ ਪਿਤਾ ਜੋ ਵੀ ਆ, ਅਸੀਂ ਆਪਣੇ ਬੱਚਿਆਂ ਨੂੰ ਇਸ ਦੁਨੀਆ ਤੇ ਲਿਆਉਣ ਲਈ ਸਾਧਨ ਬਣੇ ਆ, ਕਿਉਂਕਿ ਮਾਂ-ਬਾਪ ਦੇ ਤਾਲੁਕਾਤ ਦੇ ਨਾਲ ਬੱਚਾ ਇਸ ਧਰਤੀ ਤੇ ਆਇਆ। ਅਸੀਂ ਇੱਕ ਜ਼ਰੀਆ ਆ ਬੱਚੇ ਨੂੰ ਪੈਦਾ ਕਰਨ ਦਾ, ਪਰ ਬਣਾਉਣ ਵਾਲਾ ਕੌਣ ਆ? ਮਾਂ ਦੀ ਕੁੱਖ ਦੇ ਵਿੱਚ ਕਿਹਨੇ ਰਚਿਆ ਉਸ ਬੱਚੇ ਨੂੰ? ਆਪਾਂ ਸੋਚਦੇ ਹੁੰਦੇ ਸੀ, ਸ਼ਾਇਦ ਤੁਹਾਡੇ ਚੋਂ ਵੀ ਕੋਈ ਸੋਚਦਾ ਹੋ, ਮੈਂ ਕਈ ਵਾਰ ਸੋਚਦੀ ਹੁੰਦੀ ਸੀ ਕਿੱਦਾਂ ਅੰਗ ਬਣੇ, ਕੀ ਹੋਇਆ, ਕਿੱਦਾਂ ਹੋਇਆ। ਬਾਈਬਲ ਜਾ ਕੇ ਸਾਰੇ ਕੁਐਸਚਨ ਸਾਡੇ ਖਤਮ ਹੋ ਜਾਂਦੇ ਕਿ ਬਣਾਉਣ ਵਾਲਾ ਉਹ ਕ੍ਰੀਏਟਰ ਆ, ਉਹ ਪਰਮੇਸ਼ਰ ਪਿਤਾ ਆ। ਹਾਲੇਲੂਇਆ। ਹਾਲੇਲੂਇਆ। ਉਹਨੇ ਆਪਣੀ ਇਮੇਜ ਤੇ ਆਪਾਂ ਨੂੰ ਬਣਾਇਆ, ਆਪਣੇ ਸਰੂਪ ਤੇ। ਅਸੀਂ ਪਹਿਲਾਂ ਕਹਿੰਦੇ ਹੁੰਦੇ ਸਾਡੀ ਸ਼ਕਲ ਨਹੀਂ ਚੰਗੀ, ਅਸੀਂ ਇਦਾਂ ਦੇ, ਅਸੀਂ ਇਦਾਂ ਦੇ। ਜਦੋਂ ਦਾ ਪ੍ਰਭੂ ਨੂੰ ਜਾਣਿਆ, ਅਸੀਂ ਕਹਿੰਦੇ ਕਿ ਜਿੱਦਾਂ ਦਾ ਸਾਨੂੰ ਪਰਮੇਸ਼ਰ ਨੇ ਬਣਾਇਆ, ਵੀ ਆਰ ਯੂਨੀਕ ਪੀਸ, ਸਾਡੇ ਵਰਗਾ ਕੋਈ ਹੈ ਹੀ ਨਹੀਂਗਾ। ਹਾਲੇਲੂਇਆ। ਹਰ ਹਾਲਾਤ ਵਿੱਚ ਉਹਦਾ ਧੰਨਵਾਦ ਕਰੀਏ। ਆਮੇਨ। ਹਾਲੇਲੂਇਆ। ਆਪਾਂ ਪੜ੍ਹਦੇ ਹਾਂ ਅਫਸੀਆਂ ਦਾ ਪਹਿਲੇ ਚੈਪਟਰ ਦਾ 11ਵਾਂ ਤੇ 12ਵਾਂ ਵਰਸ ਪੜ੍ਹਦੇ ਹਾਂ। ਕਹਿੰਦਾ ਮਸੀਹ ਵਿੱਚ ਹੀ ਅਸੀਂ ਵੀ ਪਰਮੇਸ਼ਰ ਦੇ ਹਰ ਚੀਜ਼ ਵਿੱਚ ਕੰਮ ਕਰ ਰਹੇ ਉਦੇਸ਼ਾਂ ਅਨੁਸਾਰ ਚੁਣੇ ਗਏ ਹਾਂ। ਇਹ ਵੀ ਪਰਮੇਸ਼ਰ ਦੀ ਦੈਵੀ ਯੋਜਨਾ ਹੈ ਅਤੇ ਇੱਛਾ ਹੈ ਦੇ ਆਧਾਰ ਤੇ ਹੋਇਆ। 12ਵੇਂ ਚ ਲਿਖਿਆ, ਇਹ ਇਸ ਲਈ ਹੋਇਆ ਕਿ ਅਸੀਂ ਜੋ ਪਹਿਲਾਂ ਹੀ ਮਸੀਹ ਤੇ ਆਪਣੀ ਆਸ਼ਾ ਰੱਖੇ ਹੋਏ ਸਾਂ, ਉਸ ਦੀ ਮਹਿਮਾ ਤੇ ਵਡਿਆਈ ਦਾ ਕਾਰਨ ਬਣੀਏ। ਹੁਣ ਪਰਮੇਸ਼ਰ ਨੇ ਸਾਨੂੰ ਪਹਿਲਾਂ ਹੀ, ਅਸੀਂ ਪਰਮੇਸ਼ਰ ਚ ਚੁਣੇ ਗਏ ਸੀ। ਅਸੀਂ ਮਾਂ ਦੀ ਕੁੱਖ ਚ ਆਉਣ ਤੋਂ ਪਹਿਲਾਂ ਹੀ ਪਰਮੇਸ਼ਰ ਸਾਨੂੰ ਜਾਣਦਾ ਸੀ। ਵਚਨ ਦੇ ਵਿੱਚ ਲਿਖਿਆ, ਜਦੋਂ ਆਪਾਂ ਪੜਾਂਗੇ, ਪਰਮੇਸ਼ਰ ਨੇ ਸਾਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਬਣਾਇਆ ਆ। ਇਹ ਨਹੀਂ ਕਿ ਆਪਾਂ ਆਪਣੀਆਂ ਚੀਜ਼ਾਂ 'ਚ ਫਸੇ ਰਹੀਏ, ਆਪਾਂ ਵਚਨ ਪੜ੍ਹੀਏ, ਤਕੜੇ ਹੋਈਏ, ਪਰਮੇਸ਼ਰ ਦੀ ਮਹਿਮਾ ਕਰੀਏ, ਉਹਦੀ ਮਹਿਮਾ ਦੇ ਹਿੱਸੇਦਾਰ ਬਣੀਏ। ਜਿੱਦਾਂ ਦੁਨਿਆਵੀ ਪਿਤਾ ਕਹਿੰਦੇ ਕਿ ਮੇਰੀ ਇੱਜ਼ਤ ਤੂੰ ਹੀ ਬਣਾਉਣੀ ਪੁੱਤ, ਮੇਰੀ ਪੱਗ ਦੀ ਲਾਜ ਤੂੰ ਹੀ ਰੱਖਣੀ, ਜਿੱਦਾਂ ਆਪਾਂ ਸੁਣਿਆ ਆ। ਇੱਥੇ ਆਪਾਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਨਾ ਹੈ। ਹਾਲੇਲੂਇਆ। ਆਮੇਨ। ਆਪਾਂ ਪੜ੍ਹਦੇ ਭਜਨ 139 ਦਾ 15 ਵਰਸ। ਦਾਊਦ ਕੀ ਕਹਿੰਦਾ? ਕਹਿੰਦਾ, ਜਦੋਂ ਮੈਂ ਆਪਣੀ ਮਾਤਾ ਦੇ ਗਰਭ ਵਿੱਚ ਇੱਕ ਢਾਂਚੇ ਦਾ ਰੂਪ ਲੈ ਰਿਹਾ ਸਾਂ, ਤਾਂ ਮੇਰੇ ਸਰੀਰ ਦੀ ਬਣਾਵਟ ਤੇਰੇ ਤੋਂ ਲੁਕੀ ਹੋਈ ਨਹੀਂ ਸੀ।
ਮਾਂ ਨੂੰ ਨਹੀਂ ਪਤਾ। ਡਾਕਟਰ ਵੀ ਹੁਣ ਅੱਜ ਕੱਲ੍ਹ ਦੇਖਦੇ ਆ, ਪਹਿਲਾਂ ਤਾਂ ਉਹ ਵੀ ਨਹੀਂ ਸੀ ਦੇਖਦੇ ਅਲਟਰਾਸਾਊਂਡ 'ਚ। ਕਈ ਵਾਰੀ ਉਹਨਾਂ ਦਾ ਵੀ ਸੱਚ ਨਹੀਂ ਹੁੰਦਾ, ਉਹ ਕਹਿ ਦਿੰਦੇ ਬੱਚਾ ਠੀਕ ਨਹੀਂ ਜਾਂ ਕਿੱਦਾਂ ਆ, ਉਹ ਬਾਅਦ 'ਚ ਸਾਰਾ ਕੁਝ ਝੂਠ ਹੋ ਜਾਂਦਾ। ਪਰ ਇੱਕੋ ਹੀ ਆ, ਜਿਹਨੇ ਰਚਿਆ ਉਹਨੂੰ ਸਾਰੇ ਅੰਗ ਅੰਗ ਦਾ ਪਤਾ ਹੈ, ਕਿੱਦਾਂ ਕਿੰਨੀਆਂ ਨਸਾਂ ਨਾੜਾਂ। ਮੈਨੂੰ ਤਾਂ ਇੰਨੀ ਡਾਕਟਰੀ ਦਾ ਹਿਸਾਬ ਕਿਤਾਬ ਨਹੀਂ ਆਉਂਦਾ, ਪਰ ਪਾਸਟਰ ਜੀ ਕਈ ਵਾਰ ਕਹਿੰਦੇ ਤੇ ਕਿੱਦਾਂ ਇੱਕ ਇੱਕ ਨਸ, ਇੱਕ ਇੱਕ ਨਾੜ, ਇੱਕ ਇੱਕ ਕਿਹੜੀ ਚੀਜ਼ ਸਾਡੀ ਕਿੱਥੇ ਕਿੱਥੇ ਬਣਾਈ ਗਈ ਆ। ਧੰਨ ਧੰਨ ਕਹਿੰਦੇ ਆ ਉਸ ਪਰਮੇਸ਼ਰ ਨੂੰ, ਜਿਹਨੇ ਗਰਭ ਦੇ ਵਿੱਚ, ਜਿਹਨੂੰ ਆਪਾਂ ਨਹੀਂ ਦੇਖ ਸਕਦੇ, ਜਿਹੜੀ ਮਾਂ ਦੇ ਪੇਟ ਵਿੱਚ ਉਹ ਨਹੀਂ ਦੇਖ ਸਕਦੀ, ਪਰ ਉਹ ਦੇਖਦਾ ਹੈ। ਸਾਡਾ ਕੁਝ ਵੀ ਉਹਦੇ ਤੋਂ ਛੁਪਿਆ ਨਹੀਂ। ਇਸ ਕਰਕੇ ਭੈਣੋ ਤੇ ਭਰਾਵੋ, ਪਰਮੇਸ਼ਰ ਤੋਂ ਡਰੋ, ਕਿਉਂਕਿ ਉਹ ਸਭ ਕੁਝ ਦੇਖਦਾ ਆ। ਹਾਲੇਲੂਇਆ। ਅਸੀਂ ਚਾਹੇ ਨੇੜੇ ਦੇ ਕਮਰੇ ਦੇ ਵਿੱਚ ਕੁਝ ਕਰੀਏ, ਪਰ ਪਿਤਾ ਸਭ ਕੁਝ ਦੇਖਦਾ ਆ। ਕਹਿੰਦਾ ਮੈਂ ਪਵਿੱਤਰ ਆ, ਤੁਸੀਂ ਪਵਿੱਤਰ ਬਣੋ। ਹਾਲੇਲੂਇਆ। ਤਾਂ ਕਹਿੰਦਾ ਤਾਂ ਮੇਰੇ ਸਰੀਰ ਦੀ ਬਣਾਵਟ ਤੇਰੇ ਤੋਂ ਲੁਕੀ ਹੋਈ ਨਹੀਂ ਸੀ, ਤੂੰ ਮੇਰੇ ਸਰੀਰ ਦਾ ਇੱਕ ਇੱਕ ਢਾਂਚਾ ਤਿਆਰ ਕੀਤਾ ਹੈ। ਹੁਣ ਆਪਾਂ ਆਪਣੇ ਆਪ ਲਈ ਕੀ ਕਰਨਾ? ਪਰਮੇਸ਼ਰ ਦਾ ਧੰਨਵਾਦ ਕਰਨਾ ਹੈ। ਕਈ ਵਾਰ ਜਦੋਂ ਸਾਡੀ ਕਿਡਨੀ ਖਰਾਬ ਹੋ ਜਾਂਦੀ ਜਾਂ ਸਾਡਾ ਹਾਰਟ ਹੋ ਜਾਂਦਾ, ਅਸੀਂ ਉਦੋਂ ਰੌਲੀ ਪਾਉਂਦੇ ਆ, ਅਸੀਂ ਘਬਰਾ ਜਾਂਦੇ ਕਿ ਕੀ ਹੋਊਗਾ। ਵਿਸ਼ਵਾਸ ਰੱਖੋ, ਜਿਸ ਪਰਮੇਸ਼ਰ ਨੇ ਦਿੱਤਾ, ਜਿਸ ਫੈਕਟਰੀ 'ਚੋਂ ਕੋਈ ਕਾਰ ਬਣ ਕੇ ਆਈ ਹੁੰਦੀ, ਨਿਸ਼ਾਨ ਤੋਂ ਆਈ ਹੋਵੇ ਤਾਂ ਨਿਸ਼ਾਨ ਦੇ ਪਾਰਟ ਪੈਂਦੇ ਆ। ਉਸ ਕੰਪਨੀ ਵਾਲਿਆਂ ਨੂੰ ਪਤਾ ਹੁੰਦਾ ਕਿੱਥੇ ਨੁਕਸ ਆ, ਕਿਉਂਕਿ ਮੈਂ ਨਿਸ਼ਾਨ ਵਾਲਿਆਂ ਤੋਂ ਜ਼ਿਆਦਾ ਲੈਂਦੀ ਆ ਕਾਰਾਂ, ਹਨਾ। ਤੇ ਹੁਣ ਤੁਸੀਂ ਸੋਚੋ ਵੀ ਜੇ ਸਾਡਾ ਦਿਲ ਜਾਂ ਸਾਡੀਆਂ ਕਿਡਨੀਆਂ ਜਾਂ ਸਾਡਾ ਕੁਝ ਖਰਾਬ ਆ, ਉਸ ਪਰਮੇਸ਼ਰ ਨੂੰ ਸਭ ਤੋਂ ਜ਼ਿਆਦਾ ਪਤਾ ਆ, ਨਾ ਕਿ ਡਾਕਟਰਾਂ ਨੂੰ। ਅਸੀਂ ਪਰਮੇਸ਼ਰ ਦੇ ਚਰਨਾਂ 'ਚ ਬਹਿਣਾ ਆ, ਦੁਆ ਕਰਨੀ ਆ, ਉਹਦੇ ਅੱਗੇ ਰੱਖਣਾ ਸਾਰਾ ਕੁਝ, ਕਿ ਡਾਕਟਰਾਂ ਨੂੰ ਪਰਮੇਸ਼ਰ ਬੁੱਧ ਤੇ ਸਮਝ ਦੇਵੇ ਤੇ ਪਵਿੱਤਰ ਆਤਮਾ ਉਹਨਾਂ ਨੂੰ ਗਾਈਡ ਕਰੇ। ਸਾਡੇ ਕੋਲ ਹੈਲਪਰ ਆ, ਸਾਡੇ ਲਈ ਉਹ ਨੌਨ ਵਿਸ਼ਵਾਸੀਆਂ ਨੂੰ ਵੀ ਗਾਈਡ ਕਰ ਦਿੰਦਾ ਆ। ਹਾਲੇਲੂਇਆ। ਕਿੰਨਾ ਪਿਆਰਾ ਪਰਮੇਸ਼ਰ ਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ। ਜਦੋਂ ਆਪਾਂ ਪਰਮੇਸ਼ਰ ਨੂੰ ਜਾਣ ਲੈਂਦੇ ਹਾਂ ਨਾ, ਆਪਾਂ ਉਦਾਸ ਨਹੀਂ ਰਹਿੰਦੇ। ਸਾਡੇ ਦੁੱਖਾਂ ਦੇ ਵਿੱਚ ਵੀ ਉਹ ਸਾਡੀ ਖੁਸ਼ੀ ਆ। ਹਾਲੇਲੂਇਆ। ਹਾਲੇਲੂਇਆ। ਉਤਪਤਾ ਪਹਿਲੇ ਦਾ 27 ਪੜ੍ਹਦੇ ਆ। ਸੋ ਮਨੁੱਖ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ। ਵਾਓ। ਅਸੀਂ ਜੋ ਕੋਈ ਸਾਡੇ ਵਰਗਾ ਸੂਟ ਵੀ ਪਾ ਲਵੇ ਤਾਂ ਅਸੀਂ ਖੇਜੀਦਾ ਕਿ ਇਹਨੇ ਮੇਰੀ ਕਾਪੀ ਕਰ ਲਈ ਆ। ਜ਼ਿਆਦਾਤਰ ਭੈਣਾਂ 'ਚ ਇਹ ਹੋ ਜਾਂਦਾ ਆ। ਪਾਸਟਰ ਜੀ ਨੇ ਕਹਿਣਾ ਸੀ, ਮੈਂ ਹੀ ਕਹਿ ਦਿੰਦੀ ਹਾਂ, ਹਨਾ, ਤੇ ਹੋ ਜਾਂਦਾ ਕਿ ਮੇਰੀ ਕਾਪੀ ਕੀਤੀ ਆ, ਜੈਲਸ ਆ ਜਾਂਦੀ ਕਈ ਵਾਰੀ। ਪਰ ਪਰਮੇਸ਼ਰ ਨੇ ਆਪਣੇ ਸਰੂਪ ਤੇ ਸਾਨੂੰ ਬਣਾਇਆ। ਹਾਲੇਲੂਇਆ। ਇੱਕ ਵਾਰ ਜ਼ੋਰਦਾਰ ਤਾੜੀਆਂ ਪਰਮੇਸ਼ਰ ਦੇ ਨਾਮ ਤੇ। ਹੁਣ ਆਪਾਂ ਕੀ ਆ? ਉਹਦੀ ਰਚਨਾ ਆ। ਹੁਣ ਪਿਤਾ ਸਾਡਾ ਕੌਣ ਹੈ ਅਸਲੀ? ਪਰਮੇਸ਼ਰ। ਹਾਲੇਲੂਇਆ। 139 ਤੇ 4 ਚ ਲਿਖਿਆ, ਯੂ ਆਰ ਫੇਅਰਫੁਲੀ ਐਂਡ ਵੰਡਰਫੁਲੀ ਮੇਡ। ਹਾਲੇਲੂਇਆ। ਕਿੰਨਾ ਆਪਾਂ ਬਣਾਏ ਗਏ ਆ, ਯੂਨੀਕ ਪੀਸ ਆ। ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ, ਹਰ ਇੱਕ ਨੂੰ ਅਲੱਗ-ਅਲੱਗ ਪਰਮੇਸ਼ਰ ਨੇ ਬਣਾਇਆ। ਯੂਨੀਕ ਪੀਸ ਆ ਅਸੀਂ। ਹਾਲੇਲੂਇਆ। ਕੋਈ ਚੀਜ਼ ਤਾਂ ਆਪਾਂ ਖਰੀਦ ਸਕਦੇ ਆ, ਪਰ ਇਹ ਨਹੀਂ ਆਪਾਂ ਕਰ ਸਕਦੇ। ਉਹਦੀ ਰਚਨਾ ਜਿਹੜੀ ਆ ਅਲੱਗ ਆ। ਹਾਲੇਲੂਇਆ। ਦੂਜੇ ਨੰਬਰ ਤੇ ਹੁਣ ਆਪਾਂ ਪੜ੍ਹਦੇ ਆ, ਫਾਦਰ ਪ੍ਰੋਵੀਜ਼ਨ, ਮੁਹੱਈਆ ਕਰਦਾ ਆ। ਜੋ ਕੁਝ ਵੀ ਸਾਡੇ ਦੁਨਿਆਵੀ ਪਿਤਾ ਵੀ ਸਾਨੂੰ ਦਿੰਦੇ ਆ, ਉਹ ਵੀ ਉਹਦੇ ਵੱਲੋਂ ਹੀ ਆਉਂਦਾ ਆ। ਹਰ ਇੱਕ ਚੀਜ਼ ਦਾ ਮੁਹੱਈਆ ਕਰਨ ਵਾਲਾ ਉਹ ਪਰਮੇਸ਼ਰ ਆ। ਜਦੋਂ ਵੀ ਅਸੀਂ ਖਾਣਾ ਖਾਂਦੇ, ਕੁਝ ਵੀ ਸਾਨੂੰ ਮਿਲਦਾ, ਉਹਦਾ ਹਰ ਹਾਲਾਤ ਦੇ ਵਿੱਚ ਧੰਨਵਾਦ ਕਰੀਏ। ਆਪਾਂ ਇੱਥੇ ਇਸ ਕੰਟਰੀ 'ਚ ਆ ਕੇ ਬੈਠੇ ਆ, ਇਹ ਉਹੀ ਲੈ ਕੇ ਆਇਆ ਆ। ਆਪਾਂ ਇੱਥੇ ਆ ਕੇ ਪ੍ਰਭੂ ਨੂੰ ਜਾਣਨਾ ਸੀ। ਮੈਂ ਵੀ ਇੱਥੇ ਆ ਕੇ ਜਾਣਿਆ। ਸ਼ਾਇਦ ਇੰਡੀਆ 'ਚ ਅਸੀਂ ਨਾ ਜਾਣ ਸਕਦੇ, ਕਈਆਂ ਨੇ ਇੰਡੀਆ 'ਚ ਵੀ ਜਾਣਿਆ ਆ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਆਪਾਂ ਪੜ੍ਹਦੇ ਆ ਮੈਥਿਊ ਦਾ 7ਵੇਂ ਚੈਪਟਰ ਦਾ 11ਵਾਂ ਵਰਸ। ਸੋ ਇਸ ਤਰ੍ਹਾਂ ਜਦੋਂ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਕਿਉਂ ਨਾ ਦੇਵੇਗਾ। ਪਰਫੈਕਟ ਫਾਦਰ ਆ ਉਹ। ਆਪਾਂ ਦੁਨਿਆਵੀ ਪਿਤਾ ਚਾਹੁੰਦੇ ਆ। ਸਾਡੇ ਪਿਤਾ ਬੈਠੇ ਇੱਥੇ ਸਾਰੇ ਚਾਹੁੰਦੇ ਹੋਗੇ, ਜਿੱਦਾਂ ਬੇਟੇ ਨੇ, ਸ਼ੌਨ ਨੇ ਬੋਲਿਆ ਸੀ ਕਿ ਮੇਰੇ ਡੈਡੀ ਮੈਨੂੰ ਹਰ ਇੱਕ ਚੀਜ਼ ਦਿੰਦੇ। ਬੱਚੇ ਬੋਲਦੇ ਆ, ਸਾਰੇ ਡੈਡੀ ਦਿੰਦੇ ਆ। ਹਰ ਇੱਕ ਡੈਡੀ ਚਾਹੁੰਦਾ ਮੈਂ ਆਪਣੇ ਬੱਚੇ ਨੂੰ ਖੁਸ਼ ਕਰ ਸਕਾਂ। ਪਰ ਤੁਸੀਂ ਆਪਾਂ ਇਹ ਸੋਚਦੇ, ਜਿਸ ਪਿਤਾ ਨੇ ਸਾਨੂੰ ਬਣਾਇਆ, ਆਪਣੇ ਹੱਥਾਂ ਨਾਲ ਰਚਨਾ ਕੀਤੀ, ਉਹ ਕਿੰਨੀਆਂ ਚੰਗੀਆਂ ਚੀਜ਼ਾਂ ਸਾਨੂੰ।
ਵਿਸ਼ਵਾਸ ਦੀ ਲੋੜ ਆ। ਜਦੋਂ ਅਸੀਂ ਪ੍ਰਭੂ ਦੇ ਵਿੱਚ ਆ ਕੇ ਵਿਸ਼ਵਾਸ ਕਰਦੇ ਆ ਤਾਂ ਸਾਨੂੰ ਸਮਝ ਲੱਗਦੀ ਆ ਕਿ ਸਭ ਚੀਜ਼ਾਂ ਦਾ ਸੋਮਾ ਉਹੀ ਆ, ਉੱਥੋਂ ਹੀ ਆਉਂਦੀਆਂ ਸਾਨੂੰ ਸਾਰੀਆਂ ਚੀਜ਼ਾਂ। ਹਾਲੇਲੂਇਆ। ਕਹਿੰਦੇ ਤੁਸੀਂ ਬੁਰੇ ਹੋ ਕੇ, ਮਤਲਬ ਅਸੀਂ ਧਰਤੀ ਦੇ ਮਾਂ-ਬਾਪ ਹੋ ਕੇ ਵੀ ਅਸੀਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਚਾਹੁੰਦੇ। ਜਿਹਨੇ ਆਪਣੀ ਇਮੇਜ ਤੇ ਬਣਾਇਆ ਉਹ ਸਾਨੂੰ ਕਿਉਂ ਨਹੀਂ ਚੰਗੀਆਂ ਚੀਜ਼ਾਂ? ਇਸ ਕਰਕੇ ਕਈ ਵਾਰੀ ਕੋਈ ਚੀਜ਼ ਨਹੀਂ ਮਿਲਦੀ, ਨਿਰਾਸ਼ ਨਹੀਂ ਹੋਣਾ, ਕਿਉਂਕਿ ਪਿਤਾ ਦੇ ਮਤਲਬ ਨਾਲ ਉਹ ਸਾਡੇ ਲਈ ਨਹੀਂ ਚੰਗੀ ਸੀ ਤਾਂ ਨਹੀਂ ਮਿਲੀ, ਉਹਦਾ ਆਪਣਾ ਟਾਈਮ ਹੈ। ਹਾਲੇਲੂਇਆ। ਪਹਿਲੇ ਯੋਹੰਨਾ ਦਾ 3 ਚੈਪਟਰ ਦਾ ਪਹਿਲਾ ਵਰਸ ਪੜ੍ਹਦੇ ਹਾਂ। ਪਰਮੇਸ਼ਰ ਨੇ ਸਾਨੂੰ ਕਿੰਨਾ ਪਿਆਰ ਕੀਤਾ, ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਅਖਵਾਈ। ਹਾਂ, ਜੋ ਅਸੀਂ ਹੈ ਵੀ। ਇਸ ਸੰਸਾਰ ਦੀਆਂ ਨਜ਼ਰਾਂ ਵਿੱਚ ਸਾਡਾ ਕੋਈ ਮੁੱਲ ਨਹੀਂ, ਕਿਉਂਕਿ ਸੰਸਾਰ ਨੇ ਉਸ ਦਾ ਵੀ ਕੋਈ ਮੁੱਲ ਨਹੀਂ ਪਾਇਆ। ਹੁਣ ਆਪਾਂ ਨੂੰ ਪਤਾ ਆ ਕਿ ਇਹ ਲੋਕ ਜਿਹੜੇ ਆ, ਬਾਹਰ ਜਿਹੜੇ ਲੋਕ ਆ, ਆਪਣੇ ਭੈਣ ਭਰਾ, ਆਪਾਂ ਵੀ ਉੱਥੇ ਹੀ ਆਏ ਆ, ਪਰ ਉਹਨਾਂ ਨੂੰ ਮਸੀਹੀ ਲੋਕ ਲੱਗਦੇ ਆ ਕਿ ਇਹ ਵੱਖਰੇ ਆ, ਇਹ ਅਲੱਗ ਆ, ਇਹ ਕਿਉਂ ਇਦਾਂ। ਪਰ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਅੰਦਰ ਕੁਝ ਹੈਗਾ ਆ, ਇਹ ਸ਼ਾਂਤੀ 'ਚ ਰਹਿੰਦੇ ਆ, ਇਹ ਖੁਸ਼ੀ 'ਚ ਰਹਿੰਦੇ, ਇਹ ਫਿਕਰ ਨਹੀਂ ਕਰਦੇ। ਚਾਹੇ ਸਾਡੇ ਘਰ 'ਚ ਅੱਗ ਵੀ ਲੱਗੀ ਹੋਵੇ, ਸਾਨੂੰ ਪਰ ਪਤਾ ਹੁੰਦਾ ਬੁਝਾਉਣੀ ਉਹਨੇ ਆ। ਜੋ ਮਰਜ਼ੀ ਸਾਡਾ ਗੁਆਚਾ ਹੋਵੇ, ਚਾਹੇ ਸਾਡਾ ਇਸ ਟਾਈਮ ਕੋਈ ਚੀਜ਼ ਸਾਡੇ ਕੋਲ ਹੈ ਨਹੀਂ ਕਿ ਸਾਨੂੰ ਚਾਹੀਦੀ ਆ, ਪਰ ਸਾਡਾ ਇੱਕ ਵਿਸ਼ਵਾਸ ਆ ਉੱਥੋਂ ਹੋਣੀ ਆ, ਪ੍ਰੋਵਾਈਡ ਹੋਣੀ ਆ, ਕਿਉਂਕਿ ਉਹ ਪ੍ਰੋਵਾਈਡਰ ਆ। ਸਾਡੇ ਵਿਸ਼ਵਾਸ ਦੇ ਮੁਤਾਬਕ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਆ, ਤੇ ਉਹਨਾਂ ਨੇ ਉਹਦਾ ਵੀ ਕੋਈ ਮੁੱਲ ਨਹੀਂ ਪਾਇਆ। ਇਸ ਕਰਕੇ ਬਾਹਲੀਆਂ ਆਸਾਂ ਨਾ ਰੱਖੋ ਦੁਨੀਆ ਤੋਂ। ਦੁਨੀਆ ਵਾਲਿਆਂ ਨੇ ਜਦੋਂ ਅਸੀਂ ਮਸੀਹ 'ਚ ਆ ਜਾਂਦੇ ਆ, ਸਾਨੂੰ ਕੋਈ ਜ਼ਿਆਦਾ ਪਸੰਦ ਨਹੀਂ ਕਰਨਾ, ਕਿਉਂਕਿ ਅਸੀਂ ਵੱਖ ਕੀਤੇ ਗਏ ਆ, ਅਸੀਂ ਇੱਕ ਅਲੱਗ ਹੋ ਜਾਂਦੇ ਆ। ਕਿਉਂਕਿ ਸਾਡਾ ਨਾ ਤਾਂ ਰਹਿਣਾ ਬਹਿਣਾ ਹੁੰਦਾ, ਨਾ ਸਾਡੀ ਬੋਲਚਾਲ ਹੁੰਦੀ ਆ। ਉਹ ਕਹਿੰਦੇ ਕਿ ਇਹ ਕੀ ਕਰਦੇ ਆ, ਬਸ ਹੁਣ ਕੁਛ ਸੁਣਦੇ ਹੀ ਨਹੀਂ, ਕੁਛ ਕਰਦੇ ਹੀ ਨਹੀਂ ਗੇ। ਨਾ ਇਹ ਪਹਿਲੇ ਵਾਲੇ ਗਾਣਿਆਂ ਨਾਲ ਨੱਚਦੇ ਆ, ਨਾ ਇਹ ਗਾਣੇ ਸੁਣਦੇ ਆ, ਨਾ ਇਹ ਡਰਾਮੇ ਦੇਖਦੇ ਆ, ਕਿਉਂਕਿ ਡਰਾਮੇ ਬੰਦ ਹੋ ਗਏ ਹੁਣ। ਹਾਲੇਲੂਇਆ। ਡਰਾਮੇ ਉਦੋਂ ਹੀ ਕਰਦੇ ਸੀ ਜਦੋਂ ਲਹੂ 'ਚ ਪਾਪ ਸੀ। ਮੈਂ ਬਹੁਤ ਡਰਾਮੇ ਦੇਖਦੀ ਸੀ, ਮੈਨੂੰ ਬਸ ਇਹ ਸੀ, ਪਾਸਟਰ ਜੀ ਨੇ ਕਿਹਾ ਕਿ ਇਹ ਸਾਰੇ ਬੰਦ ਕਰਨੇ ਪੈਣੇ। ਮੈਂ ਕਿਹਾ ਮੈਂ ਇਹ ਨਹੀਂ ਬੰਦ ਕਰ ਸਕਦੀ। ਮੈਂ ਬਹੁਤ ਦੇਖਦੀ ਸੀ। ਦੂਸਰਾ ਇਹ ਸੀ ਮੇਰੇ ਵਿੱਚ ਕਮੀ ਕਿ ਮੈਂ ਮਾਫ ਨਹੀਂ ਕਰ ਸਕਦੀ। ਮੈਂ ਗਲਤ ਤਾਂ ਕਿਸੇ ਨਾਲ ਕਰਦੀ ਨਹੀਂ ਸੀ, ਪਰ ਜਿਨ੍ਹਾਂ ਨੇ ਮੈਨੂੰ ਸਤਾਇਆ, ਮੈਂ ਕਿਹਾ ਇਹ ਬਹੁਤ ਮੁਸ਼ਕਿਲ ਆ, ਇੱਥੇ ਆ ਕੇ ਤਾਂ ਇਹ ਬਹੁਤ ਔਖਾ ਕੰਮ ਆ। ਪਰ ਭੈਣੋ ਤੇ ਭਰਾਵੋ, ਉਹ ਜਿਹੜਾ ਮਾਫੀ ਦਿੰਦਾ ਆ ਨਾ, ਉਹਨੂੰ ਮਾਫ ਕਰਾਉਣਾ ਵੀ ਆਉਂਦਾ ਆ। ਹਾਲੇਲੂਇਆ। ਵਚਨ ਪੜ੍ਹਦੇ ਜਾਓ, ਹਾਲੇਲੂਇਆ, ਵਚਨ ਪੜ੍ਹਦੇ ਜਾਓ, ਆਪਾਂ ਨੂੰ ਕੁਝ ਵੀ ਨਹੀਂ ਕਰਨਾ ਪੈਣਾ, ਪ੍ਰਭੂ ਨੇ ਆਪੇ ਹੀ ਕਰਵਾ ਲੈਣਾ ਹੈ। ਲੱਗੇ ਰਹੀਏ, ਹੌਲੀ ਹੌਲੀ, ਟੈਨਸ਼ਨ ਨਾ ਲਈਏ। ਕਈ ਭੈਣਾਂ ਕਹਿ ਦਿੰਦੀਆਂ, ਉਹ ਮੇਰੇ ਤੋਂ ਆ ਨਹੀਂ ਹੁੰਦਾ, ਮੈਂ ਕਿੱਦਾਂ ਕਰਾਂ, ਮੈਨੂੰ ਦੱਸੋ। ਉਹ ਭੈਣੋ ਤੇ ਭਰਾਵੋ, ਕਿਸੇ ਨੇ ਨਾ ਅਸੀਂ ਦੇਣਾ, ਨਾ ਪਾਸਟਰ ਜੀ ਨੇ ਦੇਣਾ ਆ। ਤੁਸੀਂ ਬਸ ਵਚਨਾਂ ਤੇ ਚੱਲਣਾ ਜਿਹੜੇ ਪ੍ਰਚਾਰ ਕੀਤੇ ਜਾਂਦੇ ਆ। ਮੈਂ ਤੁਹਾਨੂੰ ਸੱਚ ਦੱਸਾਂ, ਜਦੋਂ ਦੇ ਆਪਣੇ ਚਰਚ ਦੇ ਰੇਡੀਓ ਸ਼ੁਰੂ ਹੋਇਆ ਆ, ਉਹ ਤੋਂ ਪਹਿਲਾਂ ਵੀ ਮੈਂ 5-6 ਮਹੀਨੇ ਹੋ ਗਏ, ਮੈਂ ਕੋਈ ਵਚਨ ਨਹੀਂ ਸੁਣਦੀ ਇੱਧਰੋਂ ਉੱਧਰੋਂ। ਇਹ ਨਹੀਂ ਕਿ ਮਾੜਾ ਆ, ਇਹ ਨਹੀਂ ਮੈਂ ਕਹਿੰਦੀ ਮਾਈਂਡ ਨਾ ਕਰਿਓ, ਪਹਿਲਾਂ ਮੈਂ ਬਹੁਤ ਸੁਣਦੀ ਸੀ, ਪਰ ਆਪਣੇ ਚਰਚ ਦੇ ਵਿੱਚ, ਆਪਣੇ ਘਰ ਦੇ ਵਿੱਚ ਇੰਨੀ ਖੁਰਾਕ ਹੈ ਨਾ, ਉਹ ਵੀ ਨਹੀਂ ਪੂਰੀ ਲੈ ਹੁੰਦੀ। ਵਾਧੂ ਆ, ਵਾਧੂ। ਜਦੋਂ ਆਪਾਂ ਬਹੁਤ ਜ਼ਿਆਦਾ ਕੁਝ ਇਕੱਠਾ ਕਰ ਲੈਂਦੇ ਆ, ਫਿਰ ਪਤਾ ਕੀ ਹੁੰਦਾ, ਫਿਰ ਉਲਟੀਆਂ ਹੀ ਕਰਦੇ ਆ। ਹਾਲੇਲੂਇਆ। ਫਿਰ ਉੱਥੇ ਜਾ ਕੇ ਕੁਛ ਕਿਸੇ ਦੀ ਗੱਲ ਕਰਨੀ, ਕਿਸੇ ਦੀ ਗੱਲ ਕਰਨੀ, ਫਿਰ ਸਾਨੂੰ ਲੱਗਦਾ ਕਿ ਉਹ ਮਾੜਾ, ਉਹ ਚੰਗਾ, ਉਹ ਆ ਇਦਾਂ, ਉਹ ਇਦਾਂ। ਅਸੀਂ ਨਿੰਦਿਆ 'ਚ ਚਲ ਜਾਂਦੇ, ਜੋ ਪ੍ਰਭੂ ਨੂੰ ਪਸੰਦ ਨਹੀਂ। ਇਸ ਕਰਕੇ ਜੋ ਪਿਤਾ ਪ੍ਰੋਵਾਈਡ ਕਰਦਾ ਆਪਣੇ ਘਰ ਦੇ ਵਿੱਚ, ਉਹਦੇ ਨਾਲ ਸੰਤੁਸ਼ਟ ਹੋਈਏ। ਇਹ ਮੇਰੇ ਵਚਨ 'ਚ ਨਹੀਂ ਸੀ, ਇਹ ਪਵਿੱਤਰ ਆਤਮਾ ਹੁਣੀ ਇੱਕਦਮ ਮੇਰੇ ਮਨ ਦੇ ਵਿੱਚ ਆ ਗਿਆ। ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਹਾਂ, ਸ਼ਾਇਦ ਸਾਨੂੰ ਜ਼ਰੂਰਤ ਹੋਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਗੇ ਆਪਾਂ ਪੜ੍ਹਦੇ ਹਾਂ ਯਾਕੂਬ ਦਾ ਪਹਿਲੇ ਚੈਪਟਰ ਦਾ 17ਵਾਂ ਵਰਸ। ਆਪਾਂ ਕਈ ਵਾਰ ਸੋਚਦੇ ਕਿ ਸਾਡੇ ਕੋਲ ਆਤਮਿਕ ਦਾਤਾਂ ਨਹੀਂ, ਅਸੀਂ ਕਿੱਦਾਂ ਲੈਣੀਆਂ ਆ, ਕਿਉਂਕਿ ਅਸੀਂ ਆਪਣੀਆਂ ਸੋਚਾਂ ਨਾਲ ਸੋਚਣ ਲੱਗ ਜਾਂਦੇ। ਹੁਣ ਜਦੋਂ ਅਸੀਂ ਪ੍ਰਭੂ ਦੇ ਵਿੱਚ ਆ ਜਾਂਦੇ, ਅਸੀਂ ਆਤਮਿਕ ਹੋ ਜਾਂਦੇ। ਸਾਨੂੰ ਤੋਬਾ ਕਰੋ, ਬਪਤਿਸਮਾ ਲਓ, ਪਵਿੱਤਰ ਆਤਮਾ ਮਿਲਦੀ ਆ। ਉਸ ਤੋਂ ਬਾਅਦ ਵਚਨ ਪੜ੍ਹੋ ਤੇ ਆਤਮਾ ਦੇ ਅਨੁਸਾਰ ਚੱਲੋ। ਆਪਣੇ ਸਪਿਰਚੁਅਲ ਫਾਦਰ ਦੀ ਦਿੱਤੀ ਖੁਰਾਕ ਨੂੰ ਆਗਿਆਕਾਰੀ 'ਚ, ਚਰਚ 'ਚ ਰਹਿ ਕੇ ਜਦੋਂ ਅਸੀਂ ਵੱਧਦੇ ਹਾਂ, ਤਾਂ ਪਰਮੇਸ਼ਰ ਆਪਣੇ ਆਪ ਸਾਨੂੰ ਆਤਮਿਕ ਤੋਹਫੇ ਦੇ ਦਿੰਦਾ ਆ। ਕੋਈ ਇੱਥੇ PhD ਨਹੀਂ ਕਰਨੀ ਪੈਂਦੀ, ਕੋਈ ਬਾਈਬਲ ਕੋਰਸ ਨਹੀਂ ਕਰਨਾ ਪੈਂਦਾ ਆ। ਪਰਮੇਸ਼ਰ ਦੇਖਦਾ ਕਿ ਤੁਸੀਂ ਕਿੰਨੇ ਵਫਾਦਾਰ ਆ ਉਹਦੇ ਨਾਲ। ਹਾਲੇਲੂਇਆ। ਯਾਕੂਬ 1:17 ਪੜ੍ਹਦੇ ਆ। ਸਭ ਉੱਤਮ ਦਾਤਾਂ ਚੰਗੀਆਂ ਹਨ ਅਤੇ ਇਹ ਸਭ ਉੱਪਰੋਂ ਮਿਲਦੀਆਂ ਹਨ, ਅਰਥਾਤ ਪਰਮੇਸ਼ਰ ਪਿਤਾ ਕੋਲੋਂ।
ਕਿੱਥੋਂ ਮਿਲਦੀਆਂ? ਪਰਮੇਸ਼ਰ ਪਿਤਾ ਤੋਂ ਮਿਲਦੀਆਂ ਆ। ਇਹਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਆ? ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਨਾ ਤੇ ਉਹਨਾਂ ਤੇ ਚੱਲਣਾ। ਜੋ ਸਭ ਸਵਰਗੀ ਲੋਕਾਂ ਦਾ ਰਚਨਹਾਰਾ ਹੈ। ਹੁਣ ਆਪਾਂ ਕਿਹੜੇ ਲੋਕ ਆ? ਸਵਰਗੀ। ਉਹ ਸਾਡਾ ਰਚਨਹਾਰਾ ਹੈ। ਉਹ ਕਦੀ ਬਦਲਦਾ ਨਹੀਂ, ਨਾ ਹੀ ਸਾਡੇ ਵੱਲੋਂ ਮੂੰਹ ਮੋੜਦਾ ਅਤੇ ਨਾ ਹੀ ਸਾਨੂੰ ਅੰਧਕਾਰ ਵਿੱਚ ਛੱਡਦਾ ਹੈ। ਹਾਲੇਲੂਇਆ। ਸਾਨੂੰ ਅੰਧਕਾਰ ਵਿੱਚ ਨਹੀਂ ਛੱਡਦਾ। ਹੁਣ ਅਸੀਂ ਜਦੋਂ ਦੇ ਪ੍ਰਭੂ ਚ ਆ ਗਏ, ਜਦੋਂ ਅਸੀਂ ਪਰਮੇਸ਼ਰ ਨੂੰ ਆਪਣੇ ਅੰਦਰ ਬੁਲਾ ਲਿਆ, ਸਾਡੀ ਰੂਹ ਜਿਹੜੀ ਪਾਪ ਦੇ ਕਾਰਨ ਮਰੀ ਹੋਈ ਸੀ, ਉਹਦੀਆਂ ਅੱਖਾਂ ਖੁੱਲ ਗਈਆਂ, ਉਹਦੇ ਵਿੱਚ ਜਾਨ ਆ ਗਈ। ਹੁਣ ਸਾਨੂੰ ਦਿਸਣਾ ਸ਼ੁਰੂ ਹੋ ਗਿਆ। ਮੈਂ ਆਂਟੀ ਜੀ ਨੂੰ ਕਹਿੰਦੀ ਸੀ, ਆਂਟੀ ਜੀ ਮੈਂ ਇੰਨਾ ਪਾਠ ਪੜ੍ਹਦੀ ਸੀ ਵੀ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗਾ, ਹੁਣ ਤਾਂ ਮੈਨੂੰ ਪਾਠ ਵੀ ਸਮਝ ਲੱਗਦਾ, ਮੈਂ ਇੱਥੇ ਵੀ ਆ ਗਈ ਹਾਂ, ਕਿਉਂਕਿ ਆਤਮਾ ਦੀਆਂ ਅੱਖਾਂ ਖੁੱਲ ਗਈਆਂ। ਹੁਣ ਸਮਝਣ ਲੱਗ ਗਿਆ। ਕਿੰਨੇ ਜਾਣੇ ਆ ਜਿਹੜੇ ਸਮਝਦੇ ਪਰਮੇਸ਼ਰ ਦੇ ਵਚਨਾਂ ਨੂੰ? ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ ਆ, ਪ੍ਰਭੂ ਦਾ ਧੰਨਵਾਦ ਕਰਦੇ ਆ। ਹੁਣ ਆਪਾਂ ਕੀ ਕਰਨਾ ਆ? ਵਚਨ ਦੱਸਦਾ ਆ, ਮੱਤੀ 6:33 ਪੜ੍ਹਦੇ ਆ, ਫੇਵਰਟ ਵਰਸ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਇੱਛਾ ਨੂੰ ਖੋਜੋ। ਪਰਮੇਸ਼ਰ ਦੇ ਰਾਜ ਤੇ ਉਹਦੀ ਇੱਛਾ ਨੂੰ ਖੋਜੋ, ਤਾਂ ਇਹ ਚੀਜ਼ਾਂ ਆਪਣੇ ਆਪ ਤੁਹਾਨੂੰ ਦੇਵੇਗਾ। ਜਿਹੜੀਆਂ ਵੀ ਆਤਮਿਕ ਦਾਤਾਂ ਚਾਹੀਦੀਆਂ, ਜਿਹੜੀਆਂ ਵੀ ਕਮਜ਼ੋਰੀਆਂ ਸਾਨੂੰ ਲੱਗਦਾ ਸਾਡੇ ਤੋਂ ਨਿਕਲ ਨਹੀਂ ਹੁੰਦਾ, ਚੀਜ਼ਾਂ ਠੀਕ ਨਹੀਂ ਹੁੰਦੀਆਂ, ਕੀ ਕਰਨਾ? ਇਹਦੇ ਲਈ ਆਪਾਂ ਪਰਮੇਸ਼ਰ ਦੇ ਰਾਜ ਨੂੰ ਤੇ ਉਹਦੀ ਇੱਛਾ ਨੂੰ ਖੋਜਣਾ ਹੈ। ਉਹਦੀ ਇੱਛਾ ਕੀ ਹੈ ਸਾਡੇ ਲਈ? ਜਦੋਂ ਅਸੀਂ ਵਚਨ ਪੜਾਂਗੇ, ਜਦੋਂ ਅਸੀਂ ਪ੍ਰੀਚਿੰਗ ਸੁਣਦੇ ਆ, ਵਚਨ ਸੁਣਦੇ ਪਰਮੇਸ਼ਰ ਦੇ ਦਾਸ ਦੇ, ਉਦੋਂ ਸਾਨੂੰ ਪਤਾ ਲੱਗਦਾ ਕਿ ਉਹ ਸਾਡੇ ਤੋਂ ਕੀ ਮੰਗ ਕਰਦਾ ਆ। ਉਹ ਕਹਿੰਦਾ ਮੈਂ ਪਵਿੱਤਰ ਆ, ਤੁਸੀਂ ਪਵਿੱਤਰ ਬਣੋ। ਬਹੁਤ ਵਚਨ ਆ ਜੋ ਪਰਮੇਸ਼ਰ ਕਹਿੰਦਾ ਆ। ਅਸੀਂ ਇਹ ਨਹੀਂ ਕਿ ਪਰਮੇਸ਼ਰ ਸਾਨੂੰ ਕਹਿੰਦਾ, ਪਿਤਾ ਕਹਿੰਦਾ ਆ ਕਿ ਤੁਸੀਂ ਖੜਕਾਓ ਤਾਂ ਖੋਲਿਆ ਜਾਵੇਗਾ। ਹਾਂ, ਖੋਲਦਾ ਆ, ਪਰ ਪਿਤਾ ਨੇ ਕਈ ਚੀਜ਼ਾਂ ਸਾਨੂੰ ਵੀ ਕਹੀਆਂ, ਤੁਸੀਂ ਕਰੋ। ਬਰਾਬਰ ਚੱਲਣਾ ਹੁਣ ਦੋਨੇ ਚੀਜ਼ਾਂ। ਹਾਲੇਲੂਇਆ। ਜਿਹਦਾ ਲਾਰਡਸ ਪ੍ਰੇਅਰ ਦੇ ਵਿੱਚ ਲਿਖਿਆ, ਜਦੋਂ ਤੁਸੀਂ ਦੂਜਿਆਂ ਦੇ ਗੁਨਾਹਾਂ ਨੂੰ ਮਾਫ ਕਰੋਗੇ ਤਾਂ ਤੁਹਾਡੇ ਪਾਪ ਮਾਫ ਕਰ ਦਿੱਤੇ ਜਾਣਗੇ। ਪਹਿਲਾਂ ਉਹ ਸਾਡੇ ਉੱਦਾਂ ਹੀ ਮਾਫ ਕਰਦਾ ਆ ਜਦੋਂ ਅਸੀਂ ਦਿਲ ਖੋਲਦੇ ਆ, ਬਾਅਦ ਵਿੱਚ ਕੰਡੀਸ਼ਨ ਆ ਗਈ, ਸਾਨੂੰ ਵੀ ਦੂਜਿਆਂ ਨੂੰ ਮਾਫ ਕਰਨਾ ਪੈਣਾ ਹੈ। ਆਮੇਨ। ਜਰਮਾਇਆ 29:11 ਪੜ੍ਹਦੇ ਆ। ਇਹ ਸਾਰਿਆਂ ਨੂੰ ਬਹੁਤ ਚੰਗਾ ਵਰਸ ਲੱਗਦਾ, ਬਹੁਤ ਪਿਆਰਾ ਵਰਸ ਆ। ਪਰਮੇਸ਼ਰ ਕਹਿੰਦੇ ਆ, ਤੁਹਾਡੇ ਲਈ ਆਪਣੀਆਂ ਯੋਜਨਾਵਾਂ ਨੂੰ ਮੈਂ ਆਪ ਹੀ ਜਾਣਦਾ ਹਾਂ। ਖੁਸ਼ਹਾਲੀ ਦੀ ਯੋਜਨਾ, ਨਾ ਕਿ ਤਬਾਹੀ ਦੀ, ਸੁਨਹਿਰੇ ਭਵਿੱਖ ਦੀ ਯੋਜਨਾ। ਹਾਲੇਲੂਇਆ। ਹੁਣ ਪਰਮੇਸ਼ਰ ਦੇ ਵਿੱਚ ਸਾਡਾ ਭਵਿੱਖ ਜਿਹੜਾ ਆ ਸੁਨਹਿਰਾ ਹੋ ਗਿਆ ਆ। ਹੁਣ ਅਸੀਂ ਵੱਧਦੇ ਹੀ ਜਾਵਾਂਗੇ, ਅਸੀਂ ਹਨੇਰੇ 'ਚ ਨਹੀਂ ਰਵਾਂਗੇ। ਜਿੰਨਾ ਵਚਨ ਪੜਾਂਗੇ, ਸੰਗਤੀ ਕਰਾਂਗੇ, ਆਗਿਆਕਾਰੀ 'ਚ ਰਹਾਂਗੇ, ਉਨਾ ਹੀ ਅਸੀਂ ਲੈਵਲ ਸਾਡਾ ਵੱਧਦਾ ਜਾਊਗਾ। ਹਾਲੇਲੂਇਆ। ਅਸੀਂ ਪਰਮੇਸ਼ਰ ਨੂੰ ਜਾਣਦੇ ਜਾਵਾਂਗੇ। ਹਾਲੇਲੂਇਆ। ਜਰਮਾਇਆ 33:3 ਪੜ੍ਹਦੇ ਆ। ਪਰਮੇਸ਼ਰ ਕੀ ਕਹਿੰਦਾ, ਪਿਤਾ ਕੀ ਕਹਿੰਦਾ ਆ? ਹਾਲੇਲੂਇਆ। ਤੂੰ ਮੈਨੂੰ ਪੁਕਾਰ ਤਾਂ ਮੈਂ ਤੈਨੂੰ ਉੱਤਰ ਦੇਵਾਂਗਾ। ਕਦੀ ਪੁਕਾਰਿਆ ਉਹਨੂੰ? ਜੇ ਨਹੀਂ ਪੁਕਾਰਿਆ ਤਾਂ ਪੁਕਾਰ ਕੇ ਦੇਖੋ। ਜਿਨ੍ਹਾਂ ਨੇ ਕਦੀ, ਉਹਨੂੰ ਪਿਤਾ ਕਹਿ ਕੇ ਪੁਕਾਰੋ, ਉਹਨਾਂ ਰਿਸ਼ਤਾ ਬਣਾਓ। ਹਾਲੇਲੂਇਆ। ਮੈਂ ਤੈਨੂੰ ਅਦਭੁਤ ਅਤੇ ਮਹਾਨ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਤੂੰ ਜਾਣਦਾ ਨਹੀਂ। ਮਹਾਨ ਤੇ ਅਦਭੁਤ, ਇਹ ਕਦੀ ਦੁਨਿਆਵੀ ਪਿਤਾ ਨਹੀਂ ਕਹਿੰਦੇ ਸਾਨੂੰ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ। ਮਹਾਨ ਤੇ ਅਦਭੁਤ ਗਹਿਰੀਆਂ ਗੱਲਾਂ ਕੋਈ ਇਨਸਾਨ ਨਹੀਂ ਸਿਖਾ ਸਕਦਾ। ਇਹ ਪਵਿੱਤਰ ਆਤਮਾ ਸਾਨੂੰ ਸਿਖਾਉਂਦਾ ਆ ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਤੇ ਉਹਨਾਂ ਤੇ ਚੱਲਦੇ ਆ। ਹਾਲੇਲੂਇਆ। ਭੈਣੋ ਤੇ ਭਰਾਵੋ, ਆਪਣੇ ਦਿਲਾਂ ਨੂੰ ਤਿਆਰ ਕਰੀਏ ਪਰਮੇਸ਼ਰ ਦੀਆਂ ਇਦਾਂ ਦੀਆਂ ਗਹਿਰੀਆਂ ਚੀਜ਼ਾਂ ਨੂੰ ਜਾਣਨ ਲਈ, ਉਹਦੇ ਖਜ਼ਾਨਿਆਂ ਨੂੰ ਲੈਣ ਲਈ, ਉਹਦੇ ਬਰਕਤਾਂ ਨੂੰ ਲੈਣ ਲਈ, ਉਹਦੇ ਪਿਆਰੇ ਪੁੱਤਰ ਤੇ ਧੀਆਂ ਬਣਨ ਲਈ ਅੱਗੇ ਵਧ ਕੇ। ਹਾਲੇਲੂਇਆ। ਹੁਣ ਪਿਤਾ ਆਪਾਂ ਅੱਗੇ ਦੇਖਦੇ ਤੀਜੇ ਪੁਆਇੰਟ ਤੇ ਕਰੈਕਸ਼ਨ ਕਰਦਾ ਹੈ। ਕਰੈਕਸ਼ਨ ਕਿਸੇ ਨੂੰ ਚੰਗੀ ਨਹੀਂ ਲੱਗਦੀ। ਜਦੋਂ ਚਰਚ 'ਚ ਵੀ ਆਪਾਂ ਕਈ ਵਾਰ ਕੋਈ ਭੈਣ ਭਰਾ ਹੁੰਦਾ ਆ, ਮੈਂ ਤਾਂ ਬਹੁਤ ਕਰੈਕਸ਼ਨ ਲਈ, ਤੁਹਾਨੂੰ ਸਾਰਿਆਂ ਨੂੰ ਸੱਚੀ ਦੱਸਾਂ, ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਜਦੋਂ ਅਸੀਂ ਹੰਬਲ ਹੁੰਨੇ ਆ ਨਾ ਕਿਸੇ ਤੋਂ ਸਿੱਖਣ ਲਈ, ਤਾਂ ਉਦੋਂ ਅਸੀਂ ਸਭ ਕੁਝ ਲੈ ਸਕਦੇ ਹਾਂ ਹੰਬਲ ਹੋ ਕੇ। ਕਰੈਕਸ਼ਨ ਜਦੋਂ ਹੁੰਦੀ, ਗੁੱਸਾ ਨਾ ਕਰੋ ਵਚਨ 'ਚੋਂ, ਚਰਚ ਦੇ ਵਿੱਚ, ਕਿਉਂਕਿ ਉਹ ਸਾਨੂੰ ਅੱਗੇ ਲੈ ਕੇ ਜਾਂਦੀ ਆ। ਅਸੀਂ ਪਹਿਲਾਂ ਦਬ ਕੇ, ਮੈਂ ਹੁਣ ਕੀ ਕਹਾਂ, ਸੱਸਾਂ ਦੇ, ਸਹੁਰਿਆਂ ਦੇ, ਘਰ ਵਾਲਿਆਂ ਦੇ, ਸਾਰੇ ਭੈਣ ਭਰਾਵਾਂ ਦੇ ਖਾਂਦੇ ਆਏ, ਫਿਰ ਕੀ ਕਰੀਦਾ? ਉਹਨਾਂ ਨੂੰ ਕਦੀ ਛੱਡ ਨਹੀਂ ਸਕਦੇ, ਫਿਰ ਉਹਨਾਂ ਦੇ ਵਿੱਚ ਜਾਈਦਾ ਹੈ, ਕਿਉਂਕਿ ਸਾਡੇ ਆਪਣੇ ਆ। ਤੇ ਚਰਚ ਦੇ ਵਿੱਚ ਤਾਂ ਸਾਨੂੰ ਬਹੁਤ ਕੁਝ ਮਿਲਣਾ ਹੈ ਪਰਮੇਸ਼ਰ ਦੇ ਵਚਨ 'ਚੋਂ,
ਤੇ ਇੱਥੇ ਤਾਂ ਡਰਦਾ ਕੋਈ ਡਿਸਪਲਿਨ ਕਰਦਾ ਕਿ ਕੋਈ ਮੈਨੂੰ ਕੁਝ ਕਹਿ ਨਾ ਦੇਵੇ। ਲੈ ਲਿਆ ਕਰੀਏ, ਦੇਰ ਹੋ ਜਾਣੀ। ਨਹੀਂ ਤਾਂ ਜਿੰਨੀ ਛੇਤੀ ਸਿੱਖੋਗੇ, ਜਿੰਨੀ ਛੇਤੀ ਲਓਗੇ, ਛੇਤੀ ਪਰਮੇਸ਼ਰ ਦੀ ਸੇਵਾ 'ਚ ਲੱਗੋਗੇ, ਛੇਤੀ ਪਰਮੇਸ਼ਰ ਨੂੰ ਖੁਸ਼ ਕਰੋਗੇ। ਹਾਲੇਲੂਇਆ। ਮੈਂ ਕਦੀ ਏਦਾਂ ਨਹੀਂ ਸੋਚਿਆ, ਮੈਨੂੰ ਚਾਹੇ ਛੋਟੇ ਤੋਂ ਛੋਟਾ ਭੈਣ ਭਰਾ ਵੀ ਪਰਮੇਸ਼ਰ ਦੇ ਵਚਨ 'ਚੋਂ ਕਹਿ ਦੇਵੇ ਆਹ ਗੱਲ ਆ, ਮੈਂ ਹਮੇਸ਼ਾ ਲੈਣੀ ਆ, ਕਿਉਂਕਿ ਪਰਮੇਸ਼ਰ ਦਾ ਵਚਨ ਆ, ਉਸ ਬੰਦੇ ਦਾ ਵਚਨ ਨਹੀਂ ਗਾ। ਬੱਚਿਆਂ ਤੋਂ ਵੀ ਸਿੱਖਦੇ ਆ ਆਪਾਂ। ਹਾਲੇਲੂਇਆ। ਹੁਣ ਇਬਰਾਨੀਆਂ 12 ਦਾ 6 ਪੜਾਂਗੇ। ਪ੍ਰਭੂ ਉਹਨਾਂ ਨੂੰ ਅਨੁਸ਼ਾਸਨ ਹੇਠ ਲਿਆਉਂਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਹਾਲੇਲੂਇਆ। ਉਹ ਉਹਨਾਂ ਨੂੰ ਝਿੜਕਦਾ ਹੈ ਜਿਨ੍ਹਾਂ ਨੂੰ ਉਹ ਸਵੀਕਾਰ ਕਰਦਾ ਹੈ। ਆਪਾਂ ਨੂੰ ਸਵੀਕਾਰ ਕੀਤਾ ਆ, ਉਹਦੀ ਝਿੜਕ ਜੇ ਵਚਨਾਂ 'ਚ ਕੋਈ ਦਿੰਦਾ ਆ ਤਾਂ ਉਹਨੂੰ ਲਵੋ। ਕਿਹਨੂੰ ਝਿੜਕਦਾ? ਜਿਨ੍ਹਾਂ ਨੂੰ ਉਹ ਸਵੀਕਾਰ ਕਰਦਾ ਹੈ। ਹੁਣ ਬਾਹਰੋਂ ਤਾਂ ਆ ਕੇ ਕਿਸੇ ਨੇ, ਪਰਮੇਸ਼ਰ ਨੇ ਆ ਕੇ ਸਿੱਧਾ ਤਾਂ ਤੁਹਾਨੂੰ ਨਹੀਂ ਝਿੜਕਣਾ। ਉਹਨੇ ਕਿਹਦੇ ਰਾਹੀਂ ਗੱਲ ਕਰਨੀ ਆ? ਆਪਣੇ ਸੇਵਕਾਂ ਦੇ ਰਾਹੀਂ, ਜਿਹੜੇ ਤੁਹਾਨੂੰ ਸਿੱਖਿਆ ਦਿੰਦੇ, ਸਟੱਡੀ ਦਿੰਦੇ, ਉਹਨਾਂ ਦੇ ਰਾਹੀਂ। ਮੈਂ ਭੈਣੋ ਤੇ ਭਰਾਵੋ ਆਗਿਆਕਾਰੀ 'ਚ ਰਹਿ ਕੇ ਦੇਖਿਆ ਹਮੇਸ਼ਾ, ਤੇ ਹਮੇਸ਼ਾ ਹੀ ਰਹੂੰਗੀ, ਤੇ ਪਰਮੇਸ਼ਰ ਬਰਕਤ ਦਿੰਦਾ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਬਚਨ 'ਚ ਲਿਖਿਆ ਪ੍ਰਭੂ ਦੀਨਾਂ ਤੇ ਕਿਰਪਾ ਕਰਦਾ ਹੈ। ਜਿਹਨੂੰ ਕਿਰਪਾ ਦੀ ਲੋੜ, ਆਪਣੇ ਆਪ ਨੂੰ ਦੀਨ ਕਰੋ। ਹਾਲੇਲੂਇਆ। ਪ੍ਰਭੂ ਦੀਨਾਂ ਤੇ ਕਿਰਪਾ ਕਰਦਾ ਹੈ। ਹਾਲੇਲੂਇਆ। ਆਪਾਂ ਇਬਰਾਨੀਆਂ 12 ਦਾ 5 ਪੜ੍ਹਦੇ। ਕੀ ਤੁਸੀਂ ਧਰਮ ਗ੍ਰੰਥ ਦੇ ਉਹ ਸਭ ਭੁੱਲ ਗਏ ਜਿਨ੍ਹਾਂ ਵਿੱਚ ਤੁਹਾਨੂੰ ਪੁੱਤਰ ਕਹਿ ਕੇ ਬੁਲਾਇਆ? ਮੇਰੇ ਪੁੱਤਰ, ਤੂੰ ਮੇਰੇ ਅਨੁਸ਼ਾਸਨ ਨੂੰ ਹਲਕਾ ਨਾ ਸਮਝਣਾ ਅਤੇ ਨਾ ਹੀ ਇਸ ਦੇ ਕਾਰਨ ਦਿਲ ਛੱਡਣਾ। ਕਿਉਂਕਿ ਅਨੁਸ਼ਾਸਨ ਹਮੇਸ਼ਾ ਚੰਗਾ ਨਹੀਂ ਹੁੰਦਾ, ਔਖਾ ਲੱਗਦਾ ਆ, ਪਰ ਪਰਮੇਸ਼ਰ ਕਹਿੰਦੇ ਕਿ ਦਿਲ ਨਹੀਂ ਛੱਡਣਾ। ਹਾਲੇਲੂਇਆ। ਤੁਸੀਂ ਇਹ ਸਭ ਅਨੁਸ਼ਾਸਨ ਦੀ ਖਾਤਰ ਸਹਿ ਲਵੋ। ਪਰਮੇਸ਼ਰ ਇਹ ਸਭ ਤੁਹਾਨੂੰ ਪੁੱਤਰ ਸਮਝ ਕੇ ਕਰਦਾ ਹੈ। ਕੌਣ ਇਹੋ ਜਿਹਾ ਪੁੱਤਰ ਹੈ ਜਿਸ ਨੂੰ ਉਸਦਾ ਪਿਤਾ ਅਨੁਸ਼ਾਸਨ ਹੇਠ ਨਾ ਲਿਆਉਂਦਾ ਹੋਵੇ? ਕਈ ਮਾਂ-ਬਾਪ ਬੱਚਿਆਂ ਨੂੰ ਬੇਦਖਲ ਵੀ ਕਰ ਦਿੰਦੇ ਆ, ਪਰ ਸਾਡਾ ਪਰਮੇਸ਼ਰ ਕਦੀ ਨਹੀਂ ਛੱਡਦਾ ਜਿਹਦਾ ਹੱਥ ਫੜ ਲੈਂਦਾ। ਭੈਣੋ ਤੇ ਭਰਾਵੋ, ਉਹ ਉਹਨਾਂ ਨੂੰ ਜ਼ਿਆਦਾ ਪਿਆਰ ਕਰਦਾ ਆ ਜਿਹੜੇ ਕਮਜ਼ੋਰ ਹੁੰਦੇ ਆ। ਉਹ ਕਿਹਦੀ ਖਾਤਰ ਆਇਆ? ਪਾਪੀਆਂ ਦੀ ਖਾਤਰ ਆਇਆ। ਹਾਲੇਲੂਇਆ। ਕਿਹਦੀ ਖਾਤਰ ਆਇਆ? ਪਾਪੀਆਂ ਦੀ ਖਾਤਰ ਆਇਆ। ਮੂਰਖਾਂ ਨੂੰ ਚੁਣ ਲਿਆ ਪਰਮੇਸ਼ਰ। ਹਾਲੇਲੂਇਆ। ਜੇਕਰ ਤੁਸੀਂ ਬਾਕੀ ਪੁੱਤਰ ਵਾਂਗ ਅਨੁਸ਼ਾਸਨ ਹੇਠ ਨਹੀਂ ਹੋ ਤਾਂ ਸਮਝੋ ਕਿ ਤੁਸੀਂ ਅਸਲੀ ਪੁੱਤਰ ਨਹੀਂ। ਵਚਨ ਕਹਿੰਦਾ ਆ, ਕਹਿੰਦਾ ਜੇ ਤੁਸੀਂ ਅਨੁਸ਼ਾਸਨ ਹੇਠ ਨਹੀਂ ਗਏ ਤਾਂ ਸਮਝੋ ਫਿਰ ਤੁਸੀਂ ਅਸਲੀ ਪੁੱਤਰ ਨਹੀਂ ਗਏ, ਫਿਰ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ ਪਿਤਾ ਸਮਝ ਕੇ। ਇਸ ਕਰਕੇ ਆਪਾਂ ਪਰਮੇਸ਼ਰ ਦੇ ਵਚਨਾਂ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਕੇ ਚੱਲੀਏ। ਆਮੇਨ। ਤੇ ਅਸਲੀ ਧੀਆਂ ਪੁੱਤਰ ਪਰਮੇਸ਼ਰ ਨੇ ਸਾਨੂੰ ਕਿਹਾ ਹੈ। ਹਾਲੇਲੂਇਆ। ਸਾਡੇ ਸਰੀਰਕ ਪਿਤਾ ਸਾਨੂੰ ਅਨੁਸ਼ਾਸਨ ਹੇਠ ਰੱਖਦੇ ਹਨ, ਅਸੀਂ ਉਹਨਾਂ ਦਾ ਆਦਰ ਕਰਦੇ ਹਾਂ। ਜੇਕਰ ਇਹ ਸੱਚ ਹੈ ਤਾਂ ਅਸੀਂ ਆਪਣੇ ਸਵਰਗੀ ਪਿਤਾ ਦੇ ਅਨੁਸ਼ਾਸਨ ਹੇਠ ਉਸ ਤੋਂ ਵੀ ਵੱਧ ਨਹੀਂ ਰਹਾਂਗੇ ਅਤੇ ਜੀਵਾਂਗੇ। ਉਹ ਕਿੰਨਾ ਕੁਝ ਸਾਨੂੰ ਦਊਗਾ। ਹਾਲੇਲੂਇਆ। 10ਵੇਂ ਵਰਸ 'ਚ ਲਿਖਿਆ ਆ, ਸਾਡੇ ਸਰੀਰਕ ਪਿਤਾ ਤਾਂ ਸਾਨੂੰ ਕੁਝ ਹੀ ਚਿਰ ਦੇ ਲਈ ਆਪਣੀ ਸਮਝ ਜਿਸ ਤਰ੍ਹਾਂ ਉਹ ਠੀਕ ਸਮਝਦੇ ਹਨ ਅਨੁਸ਼ਾਸਨ ਹੇਠ ਰੱਖਦੇ ਹਨ, ਪਰ ਸਵਰਗੀ ਪਿਤਾ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਹੇਠ ਰੱਖਦਾ ਹੈ। ਉਹ ਸਾਡੇ ਭਲੇ ਲਈ, ਹੁਣ ਤੋਂ ਲੈ ਕੇ ਹਮੇਸ਼ਾ ਲਈ। ਕਹਿੰਦੇ ਜਿਹੜੇ ਵਿਸ਼ਵਾਸ ਕਰਨਗੇ, ਉਹਨਾਂ ਨੇ ਪਾਸਟਰ ਜੀ ਨੇ ਪ੍ਰੀਚ ਕੀਤਾ, ਜੁਗੋ ਜੁਗ ਰਹਿਣਾ ਆ ਆਪਾਂ। ਉਹ ਇਸ ਲਈ ਸਾਨੂੰ ਅਨੁਸ਼ਾਸਨ ਕਰਦਾ ਆ ਕਿ ਸਾਡੀ ਮੁਕਤੀ ਨਾ ਖੁੱਝ ਜਵੇ। ਸਾਡੇ ਮਾਤਾ ਪਿਤਾ ਤਾਂ ਸਾਨੂੰ ਇੱਥੇ ਦੁਨੀਆ ਤੇ ਚੰਗਾ ਬਣਨ ਲਈ ਅਨੁਸ਼ਾਸਨ ਕਰਦੇ ਆ ਕਿ ਉਹਨਾਂ ਦਾ ਵੀ ਨਾਮ ਉੱਚਾ ਹੋਵੇ ਤੇ ਉਹਨਾਂ ਦਾ ਨਾਮ ਵੀ ਹੋਵੇ ਕਿ ਮੇਰਾ ਬੱਚਾ ਤਰੱਕੀ ਕੀਤੀ ਆ। ਪਰ ਸਵਰਗੀ ਪਿਤਾ ਜਿਹੜਾ ਕਹਿੰਦਾ ਜੁਗੋ ਜੁਗ ਅਸੀਂ ਜੀਂਦੇ ਰਵਾਂਗੇ। ਹਾਲੇਲੂਇਆ। ਆਮੇਨ। ਹਾਲੇਲੂਇਆ। ਅਨੁਸ਼ਾਸਨ ਵਚਨ ਕਹਿੰਦਾ ਕਦੀ ਵੀ ਸੁਖਦਾਇਕ ਨਹੀਂ ਹੁੰਦਾ। ਇਹ ਸਾਰਾ ਤੁਸੀਂ ਆਪ ਪੜ੍ਹ ਲਿਓ ਬਾਅਦ ਵਿੱਚ। ਹੁਣ ਆਪਾਂ ਚੌਥੇ ਨੰਬਰ ਤੇ ਦੇਖਦੇ ਹਾਂ ਲਵ, ਪਿਤਾ ਦਾ ਪਿਆਰ। ਹਾਲੇਲੂਇਆ। ਆਪਾਂ ਮਾਪੇ ਹੋਣ ਦੇ ਨਾਤੇ ਆਪਣੇ ਜਦੋਂ ਨਵਾਂ ਬੇਬੀ ਹੁੰਦਾ ਆ, ਬੱਚਾ ਹੁੰਦਾ, ਉਹਨੂੰ ਕਿੰਨਾ ਪਿਆਰ ਕਰਦੇ ਆ, ਚਾਹੇ ਉਹ ਕਿੱਦਾਂ ਦਾ ਵੀ ਹੋਵੇ। ਕਈ ਬੱਚੇ ਜਿਹੜੇ ਆ ਆਪਾਂ ਦੇਖਿਆ ਠੀਕ ਨਹੀਂ, ਨਾਰਮਲ ਨਹੀਂ ਪੈਦਾ ਹੁੰਦੇ, ਪਰ ਮਾਂ-ਬਾਪ ਲਈ ਉਹਨਾਂ ਲਈ ਪਿਆਰ ਜ਼ਿਆਦਾ ਹੁੰਦਾ ਆ ਕਿਉਂਕਿ ਉਹ ਮਾਂ-ਬਾਪ ਆ। ਸੇਮ ਹੀ ਸਾਡਾ ਸਵਰਗੀ ਪਿਤਾ ਸਾਨੂੰ ਪਿਆਰ ਕਰਦਾ ਆ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ, ਜਿੱਦਾਂ ਦੇ ਵੀ ਅਸੀਂ ਹੋਈਏ, ਇਹ ਨਹੀਂ ਸੋਚਣਾ ਕਿ ਮੇਰੇ ਤੋਂ ਗਲਤੀ ਹੋ ਗਈ ਤਾਂ ਪਿਤਾ ਨੇ ਹੁਣ ਮੈਨੂੰ ਪਸੰਦ ਨਹੀਂ ਕਰਦਾ। ਨਹੀਂ, ਉਹ ਫਿਰ ਸਾਨੂੰ ਨੇੜੇ ਲੈ ਕੇ ਆਉਂਦਾ ਆ। ਉਹ ਨਹੀਂ ਛੱਡਦਾ, ਕੱਲਿਆਂ ਨਾ ਕਦੀ ਛੱਡਦਾ ਯਹੋਵਾ ਪਾਕ ਖੁਦਾ। ਹਾਲੇਲੂਇਆ। ਕਦੀ ਇਕੱਲੇ ਨਹੀਂ ਛੱਡਦਾ ਪਰਮੇਸ਼ਰ। ਹਾਲੇਲੂਇਆ। ਤੇ ਨਾਲੇ ਜਿਹਨੇ ਸਾਨੂੰ ਆਪਣੀ ਅਵੇਜ਼ ਤੇ ਬਣਾਇਆ।
ਉਹ ਸਾਡਾ ਬਣਾਉਣ ਵਾਲਾ ਪਿਤਾ ਆ। ਹਾਲੇਲੂਇਆ, ਹਾਲੇਲੂਇਆ। ਕਿੰਨਾ ਪਿਆਰ ਕਰਦਾ। ਆਪਾਂ ਦੇਖ ਸਕਦੇ ਬਾਈਬਲ ਦਾ ਮੇਨ ਵਰਸ ਜਿਹੜਾ ਜੌਨ 3:16, ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ, ਇੱਕੋ ਹੀ ਪੁੱਤਰ ਕੁਰਬਾਨ ਕਰ ਦਿੱਤਾ, ਜਿਹੜਾ ਉਸ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਸਗੋਂ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇ। ਹਾਲੇਲੂਇਆ। ਕੋਈ ਪਿਤਾ ਦਿੰਦਾ ਆਪਣੇ ਬੱਚਿਆਂ ਲਈ ਜਾਨ? ਦੁਨਿਆਵੀ ਪਿਤਾ ਦਿੰਦਾ? ਨੋ। ਉਹ ਜਾਨ ਦਿੰਦਾ ਆਪਣੇ ਬੱਚਿਆਂ ਦੇ ਵਾਸਤੇ। ਆਪਣੇ ਪੁੱਤਰ ਨੂੰ ਭੇਜਿਆ ਇਸ ਧਰਤੀ ਤੇ। ਰੱਬ ਖੁਦ ਬੰਦਾ ਬਣ ਕੇ ਧਰਤੀ ਤੇ ਆਇਆ। ਉਹ ਆਪਣਾ ਰੱਬੀਪੁਣਾ ਦਿਖਾ ਸਕਦੇ ਸੀ, ਪਰ ਪਿਤਾ ਦੇ ਨਾਲ ਜੁੜੇ ਹੋਏ ਸੀ, ਪਿਤਾ ਦੀ ਆਗਿਆ 'ਚ ਸੀ, ਤੇ ਅੱਜ ਪਿਤਾ ਨੇ ਉਹਨਾਂ ਦਾ ਨਾਮ ਉੱਚਾ ਕੀਤਾ। ਇਸੇ ਤਰ੍ਹਾਂ ਜੇ ਆਪਾਂ ਉਹਨਾਂ ਦੀ ਆਗਿਆ 'ਚ ਰਵਾਂਗੇ ਤਾਂ ਪਰਮੇਸ਼ਰ ਵੀ ਸਾਨੂੰ ਉੱਚੇ ਕਰੂਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜੌਨ ਦਾ 17 ਦਾ 22 ਪੜ੍ਹਦੇ ਹਾਂ। 22 ਤੇ ਹੀ ਆਪਾਂ ਪ੍ਰਭੂ ਯਿਸੂ ਇੱਥੇ ਕੀ ਕਹਿੰਦੇ ਪਿਤਾ ਨੂੰ? ਕਹਿੰਦਾ ਜੋ ਵਡਿਆਈ ਤੂੰ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ, ਜਿਸ ਤਰ੍ਹਾਂ ਮੈਂ ਅਤੇ ਉਹ ਇੱਕ ਹਾਂ। ਹੁਣ ਪ੍ਰਭੂ ਯਿਸੂ ਆਪਾਂ ਨੂੰ ਕਹਿੰਦੇ, ਉਹ ਪ੍ਰਭੂ ਯਿਸੂ ਮੈਂ ਤੇ ਉਹ ਆਪਾਂ ਸਾਰੇ ਇੱਕ ਹਾਂ। ਕਿੱਥੇ ਪਹੁੰਚ ਗਏ ਆਪਾਂ? ਦੇਖੋ, ਸਵਰਗ ਤੋਂ ਆਏ ਤਾਂ ਅਸੀਂ ਧਰਤੀ ਦੇ ਆ। ਉਹ ਸਾਨੂੰ ਪਿਤਾ ਦੇ ਨਾਲ ਜੋੜਨ ਵਾਸਤੇ ਆਏ, ਆਪਣੀ ਜਾਨ ਦਿੱਤੀ। ਕਿੰਨਾ ਪਿਆਰ ਆ। ਇਸ ਪਿਆਰ ਨੂੰ ਕਦੀ ਕਦੀ ਬਹਿ ਕੇ ਆਪਾਂ ਸੋਚੀਏ ਕੀ ਲੋੜ ਸੀ ਪਰਮੇਸ਼ਰ ਨੂੰ, ਕਿਉਂਕਿ ਪਰਮੇਸ਼ਰ ਨੇ ਸਾਨੂੰ ਆਪਣੇ ਹੱਥਾਂ ਨਾਲ ਰਚਿਆ ਆ। ਉਹ ਸਾਨੂੰ ਪਿਆਰ ਕਰਦਾ ਆ। ਉਹਨੇ ਸਾਧਨ ਬਣਾਇਆ, ਆਪਣੇ ਪੁੱਤਰ ਨੂੰ ਸਵਰਗ ਛੱਡ ਕੇ ਧਰਤੀ ਤੇ ਆਇਆ, ਕੁਆਰੀ ਦੀ ਕੁੱਖ ਦੇ ਵਿੱਚ ਆਇਆ, ਸਾਡੇ ਖਾਤਰ, ਮੇਰੀ ਖਾਤਰ, ਤੁਹਾਡੀ ਸਾਰਿਆਂ ਦੀ ਖਾਤਰ। ਹਾਲੇਲੂਇਆ। ਕਿੰਨਾ? ਜਿਸ ਤਰ੍ਹਾਂ ਮੈਂ ਤੇ ਤੂੰ ਇੱਕ ਹਾਂ ਉਹ ਇੱਕ ਹੋਣ, ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ, ਕਿ ਇੱਕ ਹੋਣ ਦੇ ਲਈ ਉਹ ਪੂਰਨ ਹੋ ਜਾਣ। ਕਹਿੰਦਾ ਮੈਂ ਉਹਨਾਂ ਦੇ ਵਿੱਚ ਤੇ ਤੂੰ ਮੇਰੇ ਵਿੱਚ। ਪ੍ਰਭੂ ਯਿਸੂ ਕਹਿ ਰਿਹਾ ਪਿਤਾ ਨੂੰ, ਤੂੰ ਮੇਰੇ ਵਿੱਚ ਤੇ ਮੈਂ ਉਹਨਾਂ ਦੇ ਵਿੱਚ। ਫਿਰ ਕੀ ਹੋ ਗਏ? ਆਪਾਂ ਇੱਕ ਹੋ ਗਏ ਪਿਤਾ ਦੇ ਨਾਲ। ਹਾਲੇਲੂਇਆ। ਜਿਸ ਤੋਂ ਕਹਿੰਦੇ ਸਾਰਾ ਸੰਸਾਰ ਜਾਣ ਲਵੇ ਕਿ ਤੂੰ ਹੀ ਮੈਨੂੰ ਘੱਲਿਆ ਹੈ। ਆਪਾਂ ਨੂੰ ਦੁਨੀਆ ਜੋ ਮਰਜ਼ੀ ਕਹਿ ਦੇਵੇ, ਪਰ ਆਪਾਂ ਜਾਣਦੇ ਆ ਕਿ ਪਰਮੇਸ਼ਰ ਨੇ, ਪਿਤਾ ਨੇ ਪੁੱਤਰ ਨੂੰ ਘੱਲਿਆ ਸਾਡੇ ਵਾਸਤੇ। ਹਾਲੇਲੂਇਆ। ਧੰਨਵਾਦ। ਇੱਕ ਵਾਰ ਜ਼ੋਰਦਾਰ ਤਾੜੀਆਂ ਉਸ ਪਿਤਾ ਦੇ ਲਈ ਜਿਹੜਾ ਆਪਣਾ ਪੁੱਤਰ ਦਿੰਦਾ ਆ ਸਾਡੇ ਵਾਸਤੇ। ਹਾਲੇਲੂਇਆ। ਧੰਨਵਾਦ ਕਰਦੇ ਪ੍ਰਭੂ ਜੀ। ਜਿਸ ਤਰ੍ਹਾਂ ਤੂੰ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਕੀਤਾ ਹੈ। ਜਿੱਦਾਂ ਪ੍ਰਭੂ ਯਿਸੂ ਨੂੰ ਪਿਆਰ ਕੀਤਾ ਉਦਾਂ ਹੀ ਪਰਮੇਸ਼ਰ ਪਿਤਾ ਨੇ ਸਾਨੂੰ ਵੀ ਪਿਆਰ ਕੀਤਾ। ਉਹਨੇ ਕੋਈ ਪੱਖਪਾਤ ਨਹੀਂ ਕੀਤਾ। ਚਾਹੇ ਉਹ ਪਾਪਾਂ ਦੇ ਵਿੱਚ ਆਪਾਂ ਸੀਗੇ, ਕਿੰਨਾ ਦੇ ਗੁਨਾਹਾਂ 'ਚ ਫਸੇ ਹੋ ਸੀ, ਜਿੰਨਾ ਮਰਜ਼ੀ ਵੱਡਾ ਪਾਪ ਸੀ, ਪਰ ਉਹ ਪਵਿੱਤਰ ਪੁੱਤਰ ਸੀ, ਬਰਾਬਰ ਪਿਆਰ ਕੀਤਾ। ਪਿਤਾ ਪੱਖਪਾਤ ਨਹੀਂ ਕਰਦਾ। ਹਾਲੇਲੂਇਆ। ਹੁਣ ਆਪਾਂ ਰੋਮਨ 8 ਦਾ 31 ਤੇ 32 ਵਰਸ ਪੜ੍ਹਦੇ ਹਾਂ। ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅਸੀਂ ਕੀ ਕਰੀਏ? ਕਹੀਏ ਇਹ ਕਿ ਜੇਕਰ ਪਰਮੇਸ਼ਰ ਸਾਡੀ ਵੱਲ ਹੈ ਤਾਂ ਸਾਡੇ ਖਿਲਾਫ ਕੌਣ ਹੋ ਸਕਦਾ ਆ? ਹੁਣ ਆਪਾਂ ਨੂੰ ਪਤਾ ਵੀ ਆਪਾਂ ਪਰਮੇਸ਼ਰ ਦੇ ਨਾਲ ਇੱਕ ਆ, ਉਹ ਸਾਡੇ ਵੱਲ ਆ। ਤੇ ਜੇ ਅੱਜ ਜਿੰਨੀਆਂ ਵੀ ਹਕੂਮਤਾਂ ਜਾਂ ਕੋਈ ਵੀ ਹਾਲਾਤ ਤੁਹਾਡੇ ਖਿਲਾਫ ਆ, ਤੇ ਭੈਣੋ ਤੇ ਭਰਾਵੋ ਅੱਜ ਯਾਦ ਰੱਖੋ, ਜੇ ਉਹ ਸਾਡੇ ਨਾਲ ਆ, ਸਾਡੇ ਖਿਲਾਫ ਕੋਈ ਨਹੀਂ ਹੋ ਸਕਦਾ। ਕੋਈ ਸ਼ੈਤਾਨ ਹੋਵੇ, ਕੋਈ ਬੰਦਾ ਹੋਵੇ, ਨੋ ਵਨ। ਪਰਮੇਸ਼ਰ ਸਾਡੇ ਵੱਲ ਆ, ਇਹ ਯਾਦ ਰੱਖਣਾ ਹਮੇਸ਼ਾ, ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਬਿਮਾਰੀ ਦੇ ਵਿੱਚ। ਹਾਲੇਲੂਇਆ। 32 ਦੇ ਵਿੱਚ ਲਿਖਿਆ, ਇੱਥੋਂ ਤੱਕ ਕਿ ਉਸਨੇ ਆਪਣੇ ਪੁੱਤਰ ਨੂੰ ਵੀ ਪਿੱਛੇ ਨਾ ਛੱਡਿਆ, ਸਗੋਂ ਸਾਡੇ ਸਾਰਿਆਂ ਦੇ ਲਈ ਉਸ ਨੂੰ ਬਲੀ ਚੜਾ ਦਿੱਤਾ। ਪੁੱਤਰ ਦੀ ਬਲੀ ਚੜਾਤੀ ਕਿਹਦੇ ਲਈ? ਸਾਡੇ ਸਾਰਿਆਂ ਦੇ ਲਈ। ਧੰਨਵਾਦ ਕਰਦੇ ਹੋ ਸੀ ਉਸ ਪਰਮੇਸ਼ਰ ਦਾ। ਹਾਲੇਲੂਇਆ। ਤਾਂ ਕਿ ਇਸ ਦੇ ਨਾਲ ਬਾਕੀ ਸਭ ਕੁਝ ਸਾਨੂੰ ਮੁਫਤ ਵਿੱਚ ਨਹੀਂ ਦੇਵੇਗਾ। ਸਾਨੂੰ ਕੁਛ ਨਹੀਂ ਪੇ ਕਰਨਾ ਪੈਣਾ। ਪ੍ਰਾਈਸ ਪ੍ਰਭੂ ਯਿਸੂ ਮਸੀਹ ਨੇ ਪੇ ਕਰ ਦਿੱਤੀ ਕ੍ਰੋਸ ਦੇ ਉੱਤੇ, ਆਪਣੀ ਜਾਨ ਦੇ ਕੇ, ਆਪਣਾ ਲਹੂ ਬਹਾ ਕੇ, ਆਪਣੀ ਬੇਇੱਜ਼ਤੀ ਕਰਾ ਕੇ, ਸਾਡੀਆਂ ਬੇਇੱਜ਼ਤੀਆਂ ਨੂੰ, ਸਾਡੀਆਂ ਲਾਹਨਤਾਂ ਨੂੰ, ਸਾਡੀਆਂ ਸ਼ਰਮਿੰਦਗੀਆਂ ਨੂੰ, ਸਾਡੀਆਂ ਗੰਦਗੀਆਂ ਨੂੰ ਉਹਨੇ ਸਲੀਬ ਦੇ ਉੱਤੇ ਖਤਮ ਕਰ ਦਿੱਤਾ ਆ, ਤਾਂ ਜੋ ਅਸੀਂ ਇੱਜ਼ਤ ਦੀ ਜ਼ਿੰਦਗੀ ਜੀ ਸਕੀਏ। ਹਾਲੇਲੂਇਆ। ਅਸੀਂ ਹੁਣ ਨਿਹਕਲੰਕ ਠਹਿਰਾਏ ਗਏ ਆ। ਹਾਲੇਲੂਇਆ। ਕਿਉਂਕਿ ਉਸੇ ਤੋਂ ਆਕਾਸ਼ ਅਤੇ ਧਰਤੀ ਦਾ ਟੱਬਰ ਆਪਣਾ ਨਾਮ ਪ੍ਰਾਪਤ ਕਰਦਾ ਆ। ਆਪਾਂ ਉਸੇ ਤੋਂ ਨਾਮ ਪ੍ਰਾਪਤ ਕਰਦੇ ਆ, ਆਕਾਸ਼ ਤੇ ਧਰਤੀ ਦਾ।
ਮੇਰੀ ਪਰਮੇਸ਼ਰ ਅੱਗੇ ਇਹੀ ਬੇਨਤੀ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸ਼ਕਤੀ ਦੇਵੇ ਕਿ ਤੁਸੀਂ ਆਪਣੇ ਅੰਦਰ ਬਲ ਪ੍ਰਾਪਤ ਕਰੋ। ਹਾਲੇਲੂਇਆ। ਪਰਮੇਸ਼ਰ ਹਮੇਸ਼ਾ ਚਾਹੁੰਦਾ ਆ ਕਿ ਅਸੀਂ ਤਕੜੇ ਰਹੀਏ, ਅਸੀਂ ਠੀਕ ਰਹੀਏ, ਅਸੀਂ ਖੁਸ਼ ਰਹੀਏ, ਅਸੀਂ ਉਹਦੀ ਮਹਿਮਾ ਕਰੀਏ। ਹਾਲੇਲੂਇਆ। ਪਰਮੇਸ਼ਰ ਦਾ ਆਪਾਂ ਧੰਨਵਾਦ ਕਰਦੇ ਹਾਂ। ਉਹਦਾ ਪਿਆਰ ਜਿਹੜਾ ਭੈਣੋ ਤੇ ਭਰਾਵੋ ਕਦੀ ਖਤਮ ਨਾ ਹੋਣ ਵਾਲਾ ਪਿਆਰ ਆ। ਹਾਲੇਲੂਇਆ। ਵਚਨ ਕਹਿੰਦਾ ਚੱਖ ਕੇ ਦੇਖੋ ਪਰਮੇਸ਼ਰ ਕਿੰਨਾ ਭਲਾ ਹੈ। ਹਾਲੇਲੂਇਆ। ਕਿੰਨਿਆਂ ਜਾਣਿਆਂ ਨੇ ਆਪਾਂ ਚੱਖਿਆ ਪਰਮੇਸ਼ਰ, ਕਿ ਉਹ ਭਲਾ ਪਰਮੇਸ਼ਰ ਆ। ਹਾਲੇਲੂਇਆ। ਅਸੀਂ ਧੰਨਵਾਦ ਕਰਦੇ ਉਸ ਪਰਮੇਸ਼ਰ ਪਿਤਾ ਦਾ, ਤੇ ਧੰਨਵਾਦ ਕਰਦੇ ਆਪਣੀ ਚਰਚ ਦੇ ਸਾਰੇ ਪਿਤਾਵਾਂ ਦਾ ਅੱਜ ਪਰਮੇਸ਼ਰ ਦੇ ਅੱਗੇ। ਪਰਮੇਸ਼ਰ ਦਾ ਧੰਨਵਾਦ ਕਰਦੇ ਆਪਣੇ ਆਤਮਿਕ ਪਿਤਾ ਦੀ ਜ਼ਿੰਦਗੀ ਦਾ, ਜਿਨ੍ਹਾਂ ਨੇ ਸਾਨੂੰ ਪਰਮੇਸ਼ਰ ਦੇ ਵਚਨ ਦੀ ਖੁਰਾਕ ਦੇ ਕੇ ਸਾਨੂੰ ਪਰਮੇਸ਼ਰ ਦੇ ਨਾਲ ਜੋੜਿਆ, ਸਾਨੂੰ ਆਤਮਿਕ ਬਣਨਾ ਸਿਖਾਇਆ। ਅਸੀਂ ਇਕੱਲੇ ਆਪਣੀ ਕੋਸ਼ਿਸ਼ ਦੇ ਨਾਲ ਇਸ ਬਾਈਬਲ ਨੂੰ ਪੜ੍ਹ ਕੇ ਨਹੀਂ ਸੀ ਸਮਝ ਸਕਦੇ, ਪਰਮੇਸ਼ਰ ਨੇ ਉਹਨਾਂ ਨੂੰ ਸਾਡੇ ਲਈ ਠਹਿਰਾਇਆ। ਆਓ ਅੱਜ ਆਪਾਂ ਧੰਨਵਾਦ ਕਰੀਏ ਪਰਮੇਸ਼ਰ ਦਾ, ਉਹਦੇ ਪੁੱਤਰ ਦੀ ਜ਼ਿੰਦਗੀ ਦੇ ਲਈ, ਉਹਦੇ ਦਾਸ ਦੀ ਜ਼ਿੰਦਗੀ ਦੇ ਲਈ, ਤੇ ਆਪਣੇ ਸਾਰੇ ਪਿਤਾਵਾਂ ਦੀ ਜ਼ਿੰਦਗੀ ਦੇ ਲਈ। ਆਮੇਨ। ਗॉड ਬlesਸ ਯੂ ਆਲ। ਹਾਲੇਲੂਇਆ। ਧੰਨਵਾਦ।